ਲੋਕਾਂ ਨੂੰ ਪਤਾ ਚੱਲ ਰਿਹਾ ਕਿ ਯਾਰ ਇਹਨਾਂ ਕੋਲ ਜਵਾਬ ਹੈ ਵੇ, ਠੀਕ ਹੈ। ਲੇਕਿਨ ਇੱਕ ਜਿਹੜੀ ਬਹਿਸ ਸੀ ਉਹ ਤੁਹਾਡੇ ਦੋਨਾਂ ਦੀ ਬਹਿਸ ਦੀ ਵਜ੍ਹਾ ਤੋਂ ਮਜ਼ਾਕ ਬਣ ਰਹੀ ਹੈ। ਇੱਕ ਸ਼ਖਸੀਅਤ, ਇੱਕ ਪਾਕਜ਼ਾਤ ਦੀ ਕਹਿ ਲਓ ਕਿ ਲੋਕ ਮਜ਼ਾਕ ਉਡਾ ਰਹੇ ਨੇ, ਉਹਨਾਂ ਦੇ ਦਾਅਵੇ ਜਾਤ ਦਾ ਮਜ਼ਾਕ ਉਡਾ ਰਹੇ ਨੇ। ਸਾਹਿਬ 1122 ਸਾਹਿਬ ਇੱਥੇ ਕੋਈ ਬੰਦਾ ਮੌਜੂਦ ਹੈ ਵੇ ਉਹਨਾਂ ਬੰਦਿਆਂ ਚੋਂ ਕਿ ਬਸ ਐਵੇਂ ਹੀ ਹਵਾ 'ਚ ਤੀਰ ਉਡਾਈ ਜਾਣ ਡਏ ਹੋ ਇਸ ਟਾਈਮ? ਹਾਂਜੀ ਸਰ ਹੈ। ਚਲੋ ਸਹੀ ਹੋ ਗਿਆ। ਉਹਦਾ ਕੋਈ ਨਾਂ ਪਤਾ ਕੋਈ ਹੈ? ਕੋਈ ਨਾ ਪਤਾ ਚੱਲ ਜਾਏਗਾ ਨਾ। ਮੇਰੀ ਗੱਲ ਸੁਣੋ। ਹਾਂ ਅਸਾਂ ਇਹ ਚੀਜ਼ ਵੇਖਣੀ ਹੈ ਕਿ ਸਾਡੀ ਇਹ ਬਹਿਸ, ਇਹ ਮੌਜੂ, ਇਹ ਇਸ ਜਿਹੜੀ ਮੈਦਾਨ ਜੰਗ ਯਾਨੀ ਕਿ ਇੱਥੇ, ਕਿਉਂਕਿ ਅਸੀਂ ਮੁਖਾਲਫਿਨ ਦੇ ਆਮਣੇ ਸਾਹਮਣੇ ਬੈਠੇ ਹਾਂ ਨਾ, ਠੀਕ ਹੈ। ਅਸੀਂ ਕੋਈ ਉਹੋ ਜਿਹੇ ਭਾਬੀ ਜਾਂ ਉਹੋ ਜਿਹੇ ਬਰੇਲਵੀ ਦੇ ਸਾਹਮਣੇ ਨਹੀਂ ਬੈਠੇ ਜਿਹੜਾ ਸਾਡੇ ਅਗਲੀ ਸਾਫ 'ਚ ਖੜਾ ਹੋ ਕੇ ਸਾਡੇ ਇਮਾਮ ਦੇ ਪਿੱਛੇ ਨਮਾਜ਼ ਪੜ੍ਹਦਾ, ਠੀਕ ਹੈ। ਅਸੀਂ ਉਸ ਬਰੇਲਵੀ ਦੇ ਨਾਲ ਨਹੀਂ ਬੈਠੇ ਜਿਹੜਾ ਸਾਡੇ ਨਾਲ ਰੋਜ਼ਾ ਇਫਤਾਰੀਆਂ ਕਰਦਾ। ਅਸੀਂ ਉਸ ਐਲੇ ਤਸ਼ੀਨ ਨਾਲ ਨਹੀਂ ਬੈਠੇ ਜਿਹੜਾ ਸਾਡੇ ਨਾਲ ਸਾਡਾ ਫੈਮਿਲੀ ਫਰੈਂਡ ਹੈ, ਸਾਡਾ ਭਰਾ ਬਣਿਆ ਹੁੰਦਾ ਹੈ ਜਾਂ ਸਾਡਾ ਦੋਸਤ ਬਣਿਆ ਹੁੰਦਾ। ਅਸੀਂ ਉਹਨਾਂ 'ਚ ਨਹੀਂ ਬੈਠੇ। ਅਸੀਂ ਇੱਕ ਐਸੇ ਪਲੇਟਫਾਰਮ 'ਚ ਬੈਠੇ ਹਾਂ ਕਿ ਜਿਹਦੇ ਸਾਡੇ ਮੁਖਾਲਫ ਜਿਹੜੇ ਨੇ ਉਹ ਬੋਲਣ ਲੱਗਿਆਂ ਨੌਜ਼ ਬਿਲਾ ਇੱਕ ਪਾਕਜ਼ਾਤ ਦਾ ਨਾਮ ਲੈਣ ਲੱਗਿਆਂ ਉਹ ਤਮੀਜ਼ ਦਾ ਨਾਮ ਵੀ ਨਹੀਂ ਲੈਂਦੇ, ਠੀਕ ਹੈ। ਮਤਲਬ ਕਿ ਬਹੁਤ ਬੇਹੂਦਾ ਤਰੀਕੇ ਨਾਲ ਉਹ ਇਸਤੇਮਾਲ ਕਰਦੇ ਨੇ ਆਮ ਗੁਫ਼ਤਗੂ ਦੇ ਵਿੱਚ ਵੀ। ਅਤੇ ਸਾਨੂੰ ਕੋਈ ਐਸਾ ਇੱਕ ਹਕਮਤ ਅਮਲੀ ਤਿਆਰ ਕਰਨੀ ਚਾਹੀਦੀ ਹੈ। ਮੈਨੂੰ ਵੀ ਉਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਯਾਨੀ ਕਿ ਮੈਨੂੰ ਸਭ ਤੋਂ ਪਹਿਲਾਂ ਆਪਣੀ ਸਲਾਹ ਕਰਨੀ ਚਾਹੀਦੀ ਹੈ ਅਤੇ ਬਾਕੀਆਂ ਨੂੰ ਵੀ ਕਿ ਇਹਦੇ ਤੋਂ ਪਿੱਛੇ ਕਿਸ ਤਰ੍ਹਾਂ ਹਟਿਆ ਜਾ ਸਕੇ ਇਸ ਬਹਿਸ ਮੁਬਾਹਿਸੇ ਤੋਂ। ਮੈਂ ਉਹਦੇ ਵਾਸਤੇ ਇੱਕ ਦੋ ਮਿਸਾਲ ਪੇਸ਼ ਕਰਨਾ ਚਾਹੁੰਦਾ ਵਾਂ ਕਿ ਪਰਸੋਂ ਚੋਟ ਸਾਡੇ ਤਾਰ ਹਮਜ਼ਾ ਸਾਹਿਬ ਨੇ, ਵੱਡੇ ਭਾਈ ਨੇ ਸਾਡੇ, ਠੀਕ ਹੈ, ਪੁਰਾਣੇ ਨੇ, ਤਜਰਬਾਕਾਰ ਨੇ, ਅਤੇ ਇਹਨਾਂ ਦੀ ਬਹਿਸ ਹੋਈ ਸੀ ਕਿਤੇ ਸ਼ਹਿਜ਼ਾਦ ਖੁਰਮ ਸਾਹਿਬ ਦੇ ਨਾਲ ਇੱਕ ਬਰਾੜ ਦੇ ਉੱਤੇ, ਅਤੇ ਉਸ ਬਰਾੜ ਨੂੰ ਇੰਨਾ ਉਛਾਲਿਆ ਗਿਆ ਕਿ ਉਹਦੀ ਕਿਤੇ 3 ਬਰਾਡਾਂ ਦੇ ਉੱਤੇ ਉਹਦਾ ਮਜ਼ਾਕ ਉਡਾਇਆ ਗਿਆ। ਬਹੁਤ ਦੁੱਖ ਹੋਇਆ ਨਾ ਉਹਦਾ। ਫਿਰ ਉਸ ਤੋਂ ਬਾਅਦ ਇਮਤਿਆਜ਼ ਵਾਬੀ ਸਾਹਿਬ, ਉਹਨਾਂ ਨੇ ਬਕਾਇਦਾ YouTube ਦੇ ਉੱਤੇ ਉਹੀ, ਯਾਨੀ ਕਿ ਉਹਨਾਂ ਨੇ ਕੋਈ ਦਲਾਇਲ ਨਹੀਂ ਪੇਸ਼ ਕੀਤੇ ਕੁਰਾਨ ਮਜੀਦ 'ਚੋਂ, ਕੋਈ ਉਹਨਾਂ ਨੇ ਕੋਈ ਰੱਦ ਨਹੀਂ ਕੀਤਾ, ਕੁਛ ਨਹੀਂ ਕੀਤਾ। ਸਿਰਫ ਬੈਠ ਕੇ ਇਸ ਜਿਹੜਾ ਕਿ ਅਹਿਮਦੀਆਂ ਦੇ ਆਪਸ ਦੇ ਵਿੱਚ ਕਹਿ ਲਓ ਕਿ ਇੱਕ ਬਹਿਸ ਹੋਈ ਹੈ ਜਾਂ ਕਹਿ ਲਓ ਕਿ ਇੱਕ ਦੂਜੇ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਉੱਤੇ ਮਜ਼ਾਕ ਉਡਾਇਆ ਗਿਆ, ਜੋ ਕਿ ਇੱਕ ਬਹੁਤ ਸੋਚਣ ਵਾਲੀ ਗੱਲ ਹੈ ਸਾਡੇ ਆਮ ਅਹਿਮਦੀਆਂ ਵਾਸਤੇ ਕਿ ਐਸਾ ਕਿਉਂ ਹੋ ਰਿਹਾ। ਕੀ ਕੋਈ ਕਿਸੇ ਦੇ ਜ਼ਿਹਨ 'ਚ ਇਹ ਗੱਲ ਨਹੀਂ ਆਉਂਦੀ ਕਿ ਸਾਨੂੰ ਇੱਕ ਵਾਰੀ ਕਮ ਅਜ਼ ਕਮ ਸੋਚ ਲੈਣਾ ਚਾਹੀਦਾ ਕਿ ਕਿਆ ਅਸੀਂ ਜੋ ਕਰ ਰਹੇ ਹਾਂ ਉਹਦਾ ਕੋਈ ਫਾਇਦਾ ਹੋ ਰਿਹਾ ਵੇ ਜਾਂ ਨੁਕਸਾਨ ਹੋ ਰਿਹਾ ਵੇ। ਇਹਦੇ ਮੈਂ ਸਭ ਤੋਂ ਪਹਿਲਾਂ ਤਾਹਰ ਹਮਜ਼ਾ ਸਾਹਿਬ ਨੂੰ ਕਹਿਣਾ ਚਾਹੁੰਦਾ ਵਾਂ ਕਿ ਅਗਰ ਉਹ ਬਿਹਤਰ ਸਮਝਣ ਤੇ ਇਹਦੇ ਉੱਤੇ ਗੱਲ ਕਰ ਲੈਣ। ਸਾਕਲ अस्सलाम वालेकुम। जिस थोड़ी है ना यूनिटी दी एक साइड होनी ਉਹਦੇ 'ਚ है कि हुस्न यकजहती सब्रो वफा इर्तका सब निज़ाम खिलाफत से मुमकिन हुआ। मुनकरीन खिलाफत से पूछो ज़रा कैसे शमसो कमर उन पर ढलते गए। ਤੁਹਾਡੇ ਨਾਲ ਮੁਤਫਿਕ ਹੋਣ ਨਾਲ, ਮੇਰੇ ਨਾਲ ਇਤਫਾਕ ਕਰਨ ਨਾਲ ਜਾਂ ਖੁਰਮ ਸਾਹਿਬ ਨਾਲ ਜਾਂ ਕਿਸੇ ਹੋਰ ਨਾਲ ਇਤਫਾਕ ਕਰਨ ਨਾਲ ਉਹ ਯੂਨਿਟੀ ਪੈਦਾ ਨਹੀਂ ਹੋ ਸਕਦੀ, ਨਾ ਉਹਦੀ ਤਵੱਕੋ ਰੱਖਣੀ ਚਾਹੀਦੀ ਜੋ ਇਹ ਖਿਲਾਫਤ ਦੇ ਜ਼ੇਰੇ ਸਾਇਆ ਤੁਸੀਂ ਇੱਕ ਮੁਤਹਿਦ ਹੁੰਦੇ ਹੋ। ਆਪਸ ਦੇ ਵਿੱਚ ਇਖਤਲਾਫ ਰਾਏ ਹੋਣਾ ਬਰਕਤ ਦਾ ਬਾਇਸ ਹੁੰਦਾ ਹੈ, ਇਹ ਕੋਈ ਬੁਰੀ ਗੱਲ ਨਹੀਂ, ਲੇਕਿਨ ਉਹ ਸਾਰੇ ਖਿਲਾਫਤ ਦੇ ਜ਼ੇਰੇ ਸਾਇਆ ਉਹ ਇੱਕ ਵਹਦਤ ਦਾ ਨਮੂਨਾ ਪੇਸ਼ ਕਰਦੇ। ਅਤੇ ਉਹਦੇ 'ਚ ਮੇਰਾ ਖਿਆਲ ਹੈ ਜਦੋਂ ਤੱਕ ਤੁਸੀਂ ਖਿਲਾਫਤ ਦੇ ਨਾਲ ਵਾਬਸਤਾ ਹੋ ਤੁਹਾਡੀ ਯੂਨਿਟੀ ਨੂੰ ਕੋਈ ਖਤਰਾ ਨਹੀਂ, ਔਰ ਅਗਰ ਤੁਸੀਂ ਖਿਲਾਫਤ ਤੋਂ ਅਲੱਗਾ ਹੋ ਜਾਂਦੇ ਹੋ ਤਾਂ ਖਤਰਾ ਹੀ ਖਤਰਾ ਹੈ, ਉਹਦੇ 'ਚ ਕੋਈ ਭਲਾਈ ਨਹੀਂ। ਇੱਕ ਅਸੂਲੀ ਤੌਰ 'ਤੇ ਰੱਖ ਲਓ। ਬਾਕੀ ਮਤਲਬ ਇੱਕ ਮਫਰੂਜ਼ੇ 'ਤੇ ਮਬਨੀ ਗੱਲ ਕਰਨੀ ਕਿ ਫਲਾਂ ਨੇ ਇਹ ਗੱਲ ਕਰਤੀ, ਫਲਾਂ ਨੇ ਇਹ ਕਰਤੀ, ਮੇਰਾ ਕੋਈ ਜੁਮਲਾ, ਕੋਈ ਐਸਾ ਫਿਕਰਾ, ਕੋਈ ਐਸੀ ਸਟੇਟਮੈਂਟ ਜਿਹੜੀ ਹਜ਼ਰਤ ਅਕਦਸ ਮਸੀਹ ਮਊਦ अलैहिस्सलातु वस्सलाम ਦੀ ਨਾ ਹੋਵੇ ਜਾਂ ਉਹਨਾਂ ਦੇ ਮਜ਼ਮੂਨ ਦੇ ਮੁਤਸਾਦਮ ਹੋਵੇ, ਉਹ ਮੇਰੀ ਰਹਿਨੁਮਾਈ ਤੁਸੀਂ ਕਰ ਸਕਦੇ ਹੋ, ਕੋਈ ਵੀ ਹੋਰ ਕਰ ਸਕਦਾ। ਲੇਕਿਨ ਅਗਰ ਮੈਂ ਹਜ਼ਰਤ ਮਸੀਹ ਮਊਦ अलैहिस्सलातु वस्सलाम ਦਾ ਪੈਗਾਮ, ਉਹਨਾਂ ਦੀ ਤਹਿਰੀਰ ਮਨੋ ਅਨ ਪੇਸ਼ ਕਰ ਰਿਹਾ ਤੇ ਫਿਰ ਮੇਰੇ 'ਤੇ ਤਨਕੀਦ ਕਰਨ ਦੇ ਬਜਾਏ ਆਪਣੇ ਗਰੀਬਾਨਾਂ 'ਚ ਝਾਂਕ ਲੈਣਾ ਚਾਹੀਦਾ ਹੈ ਔਰ ਆਪਣੀ ਇਸਲਾਹ ਕਰਨੀ ਚਾਹੀਦੀ ਹੈ।
ਕਿ ਆਇਆ ਸਾਡਾ ਕੋਈ ਹਿਡਨ ਏਜੰਡਾ ਤੇ ਨਹੀਂ। ਅਗਰ ਅਸੀਂ ਹਜ਼ਰਤ ਮਸੀਹ ਮਊਦ अलैहिस्सलातु वस्सलाम ਦਾ ਪੈਗਾਮ ਸੁਣਨਾ ਚਾਹੁੰਦੇ ਹਾਂ, ਸਮਝਣਾ ਚਾਹੁੰਦੇ ਹਾਂ, ਕਿਸੇ ਹੋਰ ਨੂੰ ਸਮਝਾਉਣਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਉਹਨਾਂ ਦੀ ਤਹਿਰੀਰਾਤ ਨੂੰ ਮੱਦੇਨਜ਼ਰ ਰੱਖ ਕੇ ਉਹਨਾਂ ਨੂੰ ਇੱਕ ਹਾਕਮ ਸਮਝ ਕੇ ਉਹਨਾਂ ਦੇ ਤਾਬੇ ਸਾਨੂੰ ਚੱਲਣਾ ਪਏਗਾ। ਮੈਨੂੰ ਤਾਂ ਇਹਦੇ 'ਚ ਕੋਈ ਤਜ਼ਾਦ ਨਜ਼ਰ ਨਹੀਂ ਆਉਂਦਾ, ਔਰ ਨਾ ਹੀ ਮੈਂ ਕੋਈ ਸਾਹਿਬ ਇਲਮ ਜਿਹੜੇ ਸੀਨੀਅਰ ਉਲਮਾ ਨਾਲ ਬੈਠਣ ਦਾ, ਰਹਿਣ ਦਾ, ਸੁਣਨ ਦਾ, ਸੁਣਾਉਣ ਦਾ ਇਤਫਾਕ ਹੋਇਆ, ਕਦੀ ਦਿੱਕਤ ਪੇਸ਼ ਨਹੀਂ ਆਈ। ਤੇ ਅਗਰ ਕਿਸੇ ਨੂੰ ਹੈ ਤੇ ਉਹ ਫਰਮਾ ਦੇਣ। ਜਜ਼ਾਕੱਲਾ। ਤਾਹਰ ਅਮਜਦ ਸਾਹਿਬ, ਕਿਸੇ ਨੇ ਵੀ ਇੱਥੇ ਬੈਠਿਆ ਹੋਇਆ ਤੁਹਾਡੇ ਤੇ ਨਾ ਤੇ ਕੋਈ ਤਨਕੀਦ ਕੀਤੀ ਹੈ, ਨਾ ਹੀ ਤੁਹਾਨੂੰ ਇਹ ਗੱਲ ਆਖੀ ਹੈ ਕਿ ਇਹ ਤੁਸੀਂ ਕੋਈ ਗਲਤ ਅਲਫਾਜ਼ ਕਿਤੇ ਯੂਜ਼ ਕੀਤੇ ਨੇ, ਜਾਂ ਕਿਸੇ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਮਿਰਜ਼ਾ ਸਾਹਿਬ ਦੇ ਮੁਖਾਲਫ ਅਲਫਾਜ਼ ਯੂਜ਼ ਕੀਤੇ ਨੇ, ਕਿਤੇ ਨਹੀਂ ਕਿਹਾ। ਸਾਡਾ ਮੇਰੀ ਗੱਲ ਕਰਨ ਦਾ ਇਹ ਮਕਸਦ ਵੀ ਨਹੀਂ ਹੈ, ਠੀਕ ਹੈ। ਮੇਰੀ ਗੱਲ ਕਰਨ ਦਾ ਜਿਹੜਾ ਮਕਸਦ ਹੈ ਨਾ, ਅਸਲ ਮਕਸਦ ਹੈ ਉਹ ਇਹ ਵੇ ਕਿ ਜਿਹੜੀ ਤੁਸੀਂ ਇਖਤਲਾਫੇ ਰਾਏ ਦੀ ਗੱਲ ਕਰ ਰਹੇ ਹੋ ਕਿ ਇਖਤਲਾਫੇ ਰਾਏ ਰੱਖਣਾ ਬੜਾ ਅੱਛੀ ਚੀਜ਼ ਹੁੰਦੀ ਹੈ ਆਪਸ 'ਚ ਬੈਠਿਆਂ, ਜਾਂ ਮੇਰੀ ਸੋਚ ਜਾਂ ਤੁਹਾਡੀ ਸੋਚ ਦੇ ਵਿੱਚ ਆਪਸ ਦੇ ਇਖਤਲਾਫ। ਮੈਂ ਇੱਕ ਉਸ ਅਸੂਲ ਦੀ ਗੱਲ ਕਰ ਰਿਹਾ ਵਾਂ ਕਿ ਉਹ ਇਖਤਲਾਫੇ ਰਾਏ ਸਾਨੂੰ ਇਸ ਟਾਈਮ ਇਸ ਪਲੇਟਫਾਰਮ ਦੇ ਉੱਤੇ ਜਿੱਥੇ ਅਸੀਂ ਹਾਲਤ ਜੰਗ ਦੇ ਵਿੱਚ ਯਾਨੀ ਕਿ ਜਹਾਦ ਦੇ ਵਿੱਚ ਅਸੀਂ ਲੱਗੇ ਹੋਏ ਹਾਂ, ਯਾਨੀ ਸਾਡੇ ਸਾਹਮਣੇ ਦੁਸ਼ਮਣ ਖੜਿਆ ਹੋਇਆ ਹੈ। ਦੁਸ਼ਮਣ ਵੀ ਕੋਈ ਆਮ ਦੁਸ਼ਮਣ ਨਹੀਂ ਹੈ, ਉਹ ਇਸ ਟਾਈਮ ਤੁਹਾਨੂੰ ਵੀ ਸਭ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਉਹ ਤੁਹਾਨੂੰ ਦਿਮਕ ਵਾਂਗੂ ਚਮੜੇ ਹੋਏ ਨੇ, ਠੀਕ ਹੈ। ਉਸ ਹਾਲਤ ਜੰਗ ਦੇ ਵਿੱਚ ਕਿਆ ਸਾਨੂੰ ਇਹ ਕੰਮ ਫਾਇਦਾ ਦੇ ਰਿਹਾ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਬਹਿਸ ਕਰਨੀ? ਇੱਕ ਭਾਰਤ ਹੈ, ਠੀਕ ਹੈ, ਇੱਕ ਭਾਰਤ ਹੈ, ਉਹ ਤੁਹਾਡੇ ਸਾਹਮਣੇ ਵੀ ਹੈ, ਮੇਰੇ ਸਾਹਮਣੇ ਵੀ ਹੈ, ਠੀਕ ਹੈ। ਉਹਨੂੰ ਤੁਸੀਂ ਵੀ ਮੰਨ ਰਹੇ ਹੋ, ਮੈਂ ਵੀ ਮੰਨ ਰਿਹਾ ਵਾਂ, ਠੀਕ ਹੈ। ਉਹਨੂੰ ਤੁਸੀਂ ਵੀ ਕਬੂਲ ਕਰ ਰਹੇ ਹੋ, ਮੈਂ ਵੀ ਕਬੂਲ ਕਰ ਰਿਹਾ। ਉਹਨੂੰ ਤੁਸੀਂ ਵੀ ਸੱਚਾ ਸਮਝ ਰਹੇ ਹੋ, ਮੈਂ ਵੀ ਸੱਚਾ ਸਮਝ ਰਿਹਾ। ਮੈਂ ਇੱਕ ਮਿਸਾਲ ਦੇ ਰਿਹਾ, ਠੀਕ ਹੈ। ਅਗਰ ਸਾਡੇ ਫਹਿਮ ਦੇ ਵਿੱਚ, ਠੀਕ ਹੈ, ਕਹਿ ਲਓ ਕਿ ਇੱਕ ਫਹਿਮ ਉਧਰ ਨੂੰ ਚਲਾ ਜਾਂਦਾ, ਦੂਜੇ ਪਾਸੇ ਨੂੰ ਦੂਜੇ ਪਾਸੇ ਨੂੰ ਚਲਾ ਜਾਂਦਾ, ਸਾਡੀ ਇਹ ਬਹਿਸ ਸੌਰੀ ਮੇਰਾ ਫੋਨ ਆ ਗਿਆ ਸੀ, ਸਾਡੀ ਇਹ ਬਹਿਸ ਜਿਹੜੀ ਏ ਇਹ ਕਿਸੇ ਤਰੀਕੇ ਨਾਲ ਇਸ ਪਲੇਟਫਾਰਮ ਤੱਕ, ਠੀਕ ਹੈ, ਕਿਉਂ ਕਿ ਸਾਡਾ ਇਸ ਬਹਿਸ ਦਾ ਮਜ਼ਾਕ ਬਣ ਰਿਹਾ ਹੈ। ਕਿਆ ਇਹ ਬਹਿਸ ਖਤਮ ਹੋ ਸਕਦੀ ਹੈ? ਕੋਈ ਐਸਾ ਕੋਈ ਹਕਮਤ ਅਮਲੀ ਤਿਆਰ ਹੋ ਸਕਦੀ ਹੈ ਕਿ ਸਾਡੀਆਂ ਇਹ ਬਹਿਸਾਂ ਜਿਹੜੀਆਂ ਆਪਸ ਦੀਆਂ ਬਹਿਸਾਂ ਨੇ ਇਹ ਖਤਮ ਹੋ ਜਾਣ? ਮੈਂ ਇਸ ਗੱਲ ਦੇ ਉੱਤੇ ਕਰ ਰਿਹਾ। ਮੈਂ ਨਹੀਂ ਗੱਲ ਕਰ ਰਿਹਾ ਕਿ ਤੁਸੀਂ ਕੋਈ ਗੱਲ ਗਲਤ ਕੀਤੀ ਹੈ ਜਾਂ ਤੁਸੀਂ ਕੋਈ ਠੀਕ ਕੀਤੀ ਹੈ, ਮੈਂ ਇਹ ਵੀ ਨਹੀਂ ਗੱਲ ਕਰ ਰਿਹਾ। ਮੈਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਆਪਸ ਦੀ ਜਿਹੜੀ ਬਹਿਸ ਹੈ ਜਿਹਦਾ ਕਿ ਸੌਰੀ ਮੈਂ ਜ਼ਰਾ ਮਸਰੂਫ ਹਾਂ ਤੇ ਇਜਾਜ਼ਤ ਮੈਂ ਫਿਰ ਅੱਛਾ ਚਲੋ ਠੀਕ ਹੈ, ਕੋਈ ਮਸਲਾ ਨਹੀਂ। ਅਗਰ ਉਹ ਚਲੇ ਵੀ ਬਹਿਸ ਹੁੰਦੀ ਹੈ ਆਪਣਾ 112 ਸਭ ਦੋ ਬੰਦਿਆਂ ਦੇ ਦਰਮਿਆਨ, ਠੀਕ ਹੈ ਜੀ। ਤੁਸੀਂ ਇੱਕੋ ਹੀ ਬੰਦੇ ਨੂੰ ਫੜ ਕੇ ਸਮਝਾਈ ਜਾ ਰਹੇ ਹੋ। ਦੋ ਬੰਦੇ ਜਿਹੜੇ ਨੇ ਉਹਨਾਂ ਦੋਵਾਂ ਨੂੰ ਬਹਿ ਕੇ ਤੇ ਉਹਨਾਂ ਦੋਵਾਂ ਨੂੰ ਕਹੋ ਕਿ ਤੁਸੀਂ ਆਪਸ ਵਿੱਚ ਇੱਕ ਦੂਜੇ ਦੀ ਗੱਲ ਨੂੰ ਮੰਨ ਲਿਆ ਕਰੋ। ਅਗਰ ਉਹ ਦਿਨ ਨੇ ਤੇ ਤੁਸੀਂ ਵੀ ਕਹੋ ਸੁਣ ਲਓ। ਉਹਨਾਂ ਨੂੰ ਇਹੀ ਗੱਲ ਕੀਤੀ ਸੀ, ਉਹ ਗੱਲ ਸੁਣੋ, ਉਹ ਗੱਲ ਤੇ ਸੁਣ ਲਓ। ਗੱਲ ਸੁਣੋ, 1 ਘੰਟੇ ਤੋਂ ਤੁਸੀਂ ਹਾਲ ਪੁੱਛ ਰਹੇ ਹੋ ਸਾਰਿਆਂ ਨੂੰ, ਤੇ ਜਿਸ ਲਈ ਤੁਹਾਨੂੰ ਦੱਸਿਆ ਜਾ ਰਿਹਾ ਤੇ ਤੁਸੀਂ ਸੁਣਦੇ ਕੋਈ ਨਹੀਂ। ਛੋਟਾ ਜਿਹਾ ਹੱਲ ਹੈ, ਬੜਾ ਆਸਾਨ ਹੈ। ਬਹਿਸ ਉਦੋਂ ਖਤਮ ਹੋ ਜਾਂਦੀ ਹੈ ਜਦੋਂ ਇੱਕ ਬੰਦਾ ਕਹੇ ਦਿਨ ਹੈ, ਦੂਜਾ ਵੀ ਕਹੇ ਦਿਨ ਹੈ। ਬਹਿਸ ਹੀ ਨਹੀਂ ਹੁੰਦੀ। ਤੁਸੀਂ ਕੋ ਰਾਤ ਹੈ, ਦੂਸਰਾ ਵੀ ਕਹੇ ਰਾਤ ਹੈ, ਬਸ ਬਹਿਸ ਖਤਮ। ਇਹ ਹੱਲ ਹੁੰਦਾ। ਬਹਿਸ ਤਾਂ ਹੁੰਦੀ ਹੈ ਜਦੋਂ ਨਜ਼ਰੀਆਤੀ ਇਖਤਲਾਫ ਹੋਏ ਤੇ ਬਹਿਸ ਹੁੰਦੀ। ਇਹ ਮਿਸਾਲ ਜਿਹੜੀ ਨਾ ਇਸ ਦੇ ਉੱਤੇ ਜਿਹੜੀ ਕਿ ਅੱਜ ਕੱਲ ਦੀ ਬਹਿਸ ਚੱਲ ਰਹੀ ਹੈ ਜਾਂ ਕਹਿ ਲਓ ਕਿ ਪਿਛੇ ਦਿਨਾਂ 'ਚ ਚੱਲੀ ਹੈ, ਇਹ ਉਹਦੇ ਤੇ ਫਿੱਟ ਨਹੀਂ ਬਹਿੰਦੀ ਕਿ ਇੱਕ ਬੰਦਾ ਕਵੇ ਦੇਣੇ, ਦੂਜਾ ਕਵੇ ਉਹ ਵੀ ਦੇਣੇ। ਨਹੀਂ, ਸਾਡੀ ਜਿਹੜੀ ਬਹਿਸ ਚੱਲ ਰਹੀ ਹੈ ਕਦੋਂ ਹੈ? ਬੁਨਿਆਦੀ ਮੈਨੂੰ ਇਹ ਦੱਸੋ ਕਿ ਬਹਿਸ ਕਦੋਂ ਹੁੰਦੀ ਹੈ? ਜਦੋਂ ਇਖਤਲਾਫ ਹੋਵੇ ਬਹਿਸ ਹੁੰਦੀ ਹੈ ਨਾ। ਹਾਂ ਮੈਂ ਦੱਸਣਾ, ਇਖਤਲਾਫ ਹੁਣ ਸਾਡਾ ਜਿਹੜਾ ਇਸ ਟਾਈਮ ਜਿਹੜੀ ਕਿ ਮੇਨ ਬਹਿਸ ਜਿਹਦੇ ਉੱਤੇ ਮੁਖਾਲਫੀਨ ਸਾਡਾ ਪਤਾ ਹੈ, ਹਾਲ ਪਤਾ, ਤੁਸੀਂ ਖਾਮ ਸਾਡੇ ਕੋਲ ਪੁੱਛ ਰਹੇ ਹੋ। ਨਹੀਂ, ਮੈਨੂੰ ਤਾਂ ਪਤਾ ਹੈ, ਲੇਕਿਨ ਮੈਂ ਚਾਹ ਰਿਹਾ ਹਾਂ ਸ਼ਾਇਦ ਫਿਰ ਉਹ ਹੱਲ ਦੱਸ ਦਿਓ, ਐਵੇਂ ਟਾਈਮ ਨਾ ਜ਼ਾਇਆ ਕਰੋ ਨਾ। ਹੱਲ ਦੱਸ, ਸੁਣ ਲਓ ਉਹਦਾ ਹੱਲ। ਮੈਂ ਚਾਹ ਰਿਹਾ ਹਾਂ, ਚਲੋ ਸੁਣ ਤੇ ਲਓ। ਮੈਂ ਚਾਹ ਰਿਹਾ ਵਾਂ ਕਿ ਹੱਲ ਕਮ ਅਜ਼ ਕਮ ਮੈਂ ਜਦੋਂ ਮਿਸਾਲ ਦੇ ਤੌਰ ਤੇ ਹੱਲ ਪੇਸ਼ ਕਰਦੇ ਆ ਸਾਰੇ ਮੇਰੇ ਖਿਲਾਫ ਹੋ ਜਾਣ ਤੇ ਬਿਹਤਰ ਇਹ ਨਹੀਂ ਕਿ ਕਮ ਅਜ਼ ਕਮ ਮੇਰੇ ਨਾਲ ਕੋਈ ਬੰਦੇ ਮਿਲ ਜਾਣ ਮੈਨੂੰ ਕਿ ਜਿਹੜੇ ਸ਼ਾਇਦ ਕਿ ਉਹੀ ਹੱਲ ਚਾਹੁੰਦੇ ਹੋਣ ਜੋ ਮੈਂ ਹੱਲ ਚਾਹ ਰਿਹਾ ਵਾਂ। ਮੈਂ ਇਸ ਵਜ੍ਹਾ ਤੋਂ ਮੈਂ ਪੁੱਛਣਾ ਚਾਹ ਰਿਹਾ ਕਿ ਸ਼ਾਇਦ ਹੋ ਸਕਦਾ ਮੇਰੇ ਤੋਂ ਅੱਛਾ ਕੋਈ ਗੇੜੇ ਮੋਹਤਰਮ ਗੇੜੇ ਨਾ ਕਰਾਓ, ਤੁਸੀਂ ਹੱਲ ਦੱਸੋ, ਛੱਡੋ ਪਰ। ਅੱਛਾ ਠੀਕ ਹੈ ਜੀ। ਮੁਹੰਮਦ ਅਹਿਮਦ ਸਾਹਿਬ, ਤੁਸੀਂ ਮੇਰੀ ਸਾਰੀ ਗੁਫ਼ਤਗੂ ਸੁਣੀ ਹੈ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਠੀਕ ਅੱਗੇ ਨੇ ਜੀ ਰਸ਼ਦ ਰਾਣਾ ਸਾਹਿਬ ਤੇ ਜਾਂ ਫਿਰ ਜੱਜਾ ਸਾਹਿਬ, ਤੁਹਾਡੇ ਦੋਨਾਂ ਚੋਂ ਅਗਰ ਕੋਈ ਬੰਦਾ ਗੱਲ करना चाहता है कर लो। कौन पूछ लो, ज्यादातर हाल इन्हीं के पास होते हैं, अगर नहीं है तो फिर मैं बता जज्जा साहब खोलो जरा तफसीरें राणा साहब काफी हाल होते हैं। जज्जा साहब आज तफसीरें जजियाई खोल दे यार, आज बड़ी देर हुई है तैनू तफसीर। ਮੈਂ ਪੂਰੀ ਗੱਲ ਨਹੀਂ ਸੁਣ ਪਾਇਆ ਤੇ ਇਸ ਤੋਂ ਰਾਣਾ ਸਾਹਿਬ ਜਿਹੜੇ ਨੇ ਉਹਨਾਂ ਨੇ ਪੂਰੀ ਸੁਣੀ ਹੈ, ਉਹ ਥੋੜੀ ਕਰਦੇ ਨੇ ਤੇ ਜਦੋਂ ਤੁਸੀਂ ਜਾ ਸਕਦੇ ਹੋ ਮੈਂ ਕਰਦਾ, ਲੇਕਿਨ ਫਿਲਹਾਲ ਮੈਂ ਨਹੀਂ ਕਰ ਸਕਦਾ। क्या हाल है? वो पीछे चले गए हैं। आ जाए तो फिर ही बात करें। मैं अगर आप इजाज़त दें तो जो क्वेश्चन पूछा गया था फ़िरक़ों के मुतल्लिक़, तो थोड़ी सी उसमें बात कर दूं, उसके बाद नहीं फिर फिरकों का ना थोड़ा हाँ जी वो चलें उस पे तो मैं कोई नहीं दे सकता। इम्पोर्टेंट बात हो रही, पहले ये हल हो जाए ना, वो टूटू साहब आ जाए तो फिर ठीक है वो कर लें। ठीक जी टूटू साहब सुन रहे हैं जी? अस्सलाम वालेकुम। वालेकुम सलाम। क्या बात क्या चल रही बता टूटू देंगे साहब, थोड़ी सी। टूटू साहब मैं आपसे मुत्तफिक हूँ। बेसिकली जो बुनियादी तौर पे आपने एक बात की है ना, मैं समझता हूँ कि आपने बड़ी एक नेक नीति से बात की है, और बुनियादी तौर पे ये जो हालात अभी चल रहे हैं ना इस वक्त, मैं आपसे एक लिहाज से मुत्तफिक हूँ। वजह ये है, उसकी वजह क्या है? उसकी वजह ये है कि इस वक्त टिकटॉक में हम जो लोग भी यूज़ कर रहे हैं ना, ये कोई ऐसी तबलीग नहीं है कि हम जाके तबलीग करेंगे, हाँ जी पाजी वो एक हज़रत मसीह मौद अलैहिस्सलाम तशरीफ़ लाएं और आगे से आपको फूलों के हार डाल देंगे, ये वो वाला नहीं है। ये एक किस्म की जंग है, ये जंग है, और जंग में बाज़ औक़ात इस हद तक लोग पहुंच जाते हैं कि आपकी ज़ात को निशाना बनाया जाता है, आपके अकाबरीन को निशाना बनाया जाता है। तो ऐसी सूरत हाल में हिकमत का क्या तकाज़ा है? हिकमत का तकाज़ा ये है कि अगर एक कॉन्सेप्ट को बयान करने के अंदाज में थोड़ा फ़र्क मौजूद है, थोड़ा सा फ़र्क मौजूद है, मैं ये बड़ा ही, मुझे ना एक पॉजिटिविटी है और मैंने बड़ी रिसर्च की है इस बारे में। ऐसे नहीं कि मैं ऊपर से बात आपको कह रहा हूँ ठा करके, ऐसी नहीं बात। इस मजमून में मेरी काफ़ी रिसर्च मौजूद है। जो दोनों तरफ की पार्टियां हैं ना, वो बहुत, यानी आप कह लें कि 99.9 एक ही पेज पर हैं, लेकिन जब उसको बयान करने के अंदाज में है ना, थोड़ी बहुत अफरात व तफरीत होती है एक मौके की मुनासबत की वजह से। क्योंकि एक पार्टी ये कहती है कि ये जो हमारे ऊपर इल्ज़ाम लगा रहे हैं ना, हम इनका इस तरह जवाब देना है, उस हिस्से का एक पार्ट बयान करना है, जबकि दूसरी पार्टी भी शराफत में वही बात ही बयान करती है, लेकिन उसका एक अपना अंदाज है। इसका वाहिद एक ही हल है, एक ही हल है कि, लेकिन जो आई डोंट नो कि ये जो सारे लोग हैं ना, एक जगह पे बैठ जाएं प्राइवेट में किसी व्हाट्सएप ग्रुप में, और वहां बैठ के इसकी एक दफ़ा एक फाइनल स्ट्रेटजी तय कर लें कि हमने किस तरह पे इस चीज़ को लेना है, और सबका एक हो जाए मौक़िफ़, ये है। लेकिन जो ताहिर हमजा साहब ने कहा कि थोड़ा बहुत इख्तलाफ राय रखना या उसको बयान करना, ये एक अच्छी बात है, लेकिन ये जो मसला है ना, ये एक तो बड़ा बुनियादी है, पहली बात है। दूसरी बात है कि हज़रत मसीह मौऊद अलैहिस्सलाम की अगर हम जब तहरीरात का मुताला करते हैं तो ये क्रिस्टल क्लियर है, इसमें कन्फ्यूजन तो है ही कोई नहीं है। लेकिन जो हमारे मुखालिफ हैं वो कन्फ्यूजन इसमें फैलाते हैं, और हमारे जो कुछ जोशीले लोग हैं वो इसमें जब एक फ़िक्रा ऐड कर देते हैं ना, और वो उस फ़िक्रे को पकड़ के, तो हालांकि उनके उस फ़िक्रे का ऐड करने का मकसद कोई गलत भी नहीं होता, लेकिन उस फ़िक्रे को लेकर और फिर ये दोनों मिलाकर लोग कन्फ्यूजन पैदा करते हैं। इसका हल एक ही है कि कड़वा घूंट पीकर सबको एक जगह पे बैठ के प्राइवेट में इस चीज़ को, वो तहरीरें पढ़ के हज़रत मसीह मौऊद अलैहिस्सलाम की सारी, और अपने किसी मुरब्बी सिलसिला जो इल्म वाले लोग हैं उनकी रहनुमाई भी लेकर, तो फिर इस चीज़ को अच्छे तरीके से आगे बढ़ जाना चाहिए। मेरा तो ये ख्याल है। लेकिन राशिद अहमद साहब, मैं ये कहूँगा कि ये आपका जो मशवरा है ना, ये मुझे तो वैसे ज़ाती तौर पर पसंद नहीं है कि प्राइवेट में जाके ये काम होते हैं जब आप कह लें कि तैयारी में हों, ठीक है, या किसी जंग में जाने से पहले आपकी ट्रेनिंग होती है, आपको पता होता है कि आपने वार कहाँ पे करना है, क्या करना है। आप इस टाइम जंग में मौजूद हैं, ठीक है, आप अपने सारे हथियार लेकर आ चुके हैं,
اب آپ نے وہی ہتھیار ہی یوز کرنے ہیں. ٹھیک ہے, ابھی آپ سوشل میڈیا پہ آ چکے ہیں. آپ مجھے یہ بتائیں کہ آپ کو کیا لگتا ہے کہ یہ جو طاہر امجد صاحب ہیں یا میں ہوں, مجھے ہی لے لیں, میں عام سا بندہ کہہ رہا ہوں کہ مجھے کر لیں, کہ مجھے کوئی آج مربی صاحب یہ آ کے سمجھائیں گے, ٹھیک ہے, کہ بھئی یہ دعویٰ تھا یا یہ دعویٰ نہیں تھا, تو کیا میں اس پہ ایگری کر جاؤں گا؟ یہ مقصد نہیں ہے کہنے کی, دعویٰ تو کلیئر ہے, لیکن آپ کے ساتھ کچھ دن پہلے جو سلوک ہوا, اب طاہر امجد صاحب کو تو ہم بلیم کر دیتے ہیں, بلا وجہ ہی کرتے ہیں, لیکن آپ کے ساتھ جو دوسری طرف سے سلوک ہوا وہ آپ کو ہی پتا ہے کہ وہ تو بالکل ایک لفظ بھی سننے کو تیار ہی نہیں تھے نا. میں یہی تو کہہ رہا ہوں کہ اگر مثال کے ان کو طور آپ پہ کس طرح جو 300 لوگوں کی براڈ لگا کے ایک بندہ بیٹھا ہو نا, جو اوپر بادشاہ بنا ہو, اس کو آپ کس طرح سمجھائیں گے؟ میرے اور یہی تو میں کہہ رہا ہوں کہ یہ پرائیویٹ میں بات نہیں ہو سکتی. اس کا میں بتاتا ہوں, میرے پاس نہیں, ان میں سے کسی ایک کو کال کی جائے بڑے مخلصانہ, نہیں ہوگا, ایسا نہیں ہوگا راشد بھائی. پھر آپ نہیں آئے, میں بتاتا ہوں, یہ جو کام ہے نا پرائیویٹ جانے والا کام اور پرائیویٹ میں بیٹھ کے کسی مربی کے پاس جانے والا کام, یہ کام نہیں ہو سکتا. یہ ہم یہاں پہ 3 سال ہو گئے ہیں, مجھے 3.5 سال ہو گئے ہیں, ٹھیک ہے, یہ 3.5 سال اس ٹک ٹاک پہ ہو گئے ہیں. ہم نے یہ دیکھ لیا, یہ پرائیویٹ میں جا کے یہ مسئلے حل نہیں ہوتے, ٹھیک ہے. اگر کہیں پہ ہوا بھی ہے نا کوئی مسئلہ پرائیویٹ میں حل, اور وہ 4 دن بعد 5 دن بعد اس کی یا ریکارڈنگ آ گئی ہے ٹک ٹاک پہ, یا اس کی کوئی کہہ لیں کہ کوئی بیان آ گیا, یا وہ پھر دوبارہ وہی مسئلہ شروع ہو گیا. اس لیے یہ جو میں کہہ رہا تھا کہ ایک حکمت عملی تیار کی جائے, اور اس میں وہ بندے جس طرح کے جی محمد احمد صاحب, اگر بات کرنی ہے آپ نے تو میں اپنی ٹوک کے تو ابھی آپ کو آپ پہلے مکمل کر لیں, میں بعد میں کروں گا, آپ پہلے مکمل کر لیں. میں یہ کہہ رہا ہوں کہ یہ جس طرح اگر کسی نے کوئی اپنا مطلب بتایا ہے, ٹھیک ہے, کوئی بھی کسی بھی عبارت کا اپنا مطلب بتایا ہے, دوسرے نے اپنا مطلب بتایا ہے, ان دونوں کی بحث کو کیسے روکا جائے, اس چیز کا ہم نے تلاش نکالنی ہے کہ اس کی بحث کو مطلب نکالتے ہیں. وہ آپ کو مربی صاحب بھی آپ کے مطلب کو کلیئر نہیں کر سکتے. اگر آپ نے کوئی بھی نکال لیا نا, مربی صاحب بھی کیا کریں گے, مربی صاحب اپنا مطلب بتا دیں گے, وہ بے شک تیسرا مطلب بتا دیں. تو اس لیے ہم نے کہاں پہ جا کے فل سٹاپ کر دینا ہے, فل سٹاپ لگا دینا ہے کہ یہاں سے آگے ہم نے نہیں جانا. وہ میں پوچھ رہا ہوں, مربی صاحب کو کہیں گے وہ دونوں کے مخالف اگر بیان دے دے, پھر تو پھر ہمیں پھر بھی وہیں پہ جانا پڑے گا جہاں پہ میں رکا ہوں نا. کی بات نہیں کر رہا میں, یہ کہہ رہا ہوں کہ ہم نے کس طرح اس چیز کو سوشل میڈیا پہ ڈیل کرنا ہے, یہ چیز, ہاں بالکل بالکل, ہاں یہ چیز, یہ اس میں ہو سکتا دیکھیں ہے. جو کنسپٹ میں تو فرق ہے ہی کوئی نہیں ہے, اس میں ہم کیا کر سکتے ہیں, وہ تو حضرت مسیح علیہ السلام لکھ گئے ہیں نا, اس کو چینج تو نہیں کر سکتے ہم. ہاں محمد احمد صاحب جی محمد صاحب. اچھا, میں نے ساری بات سنی ہے اور جو حل تلاش کرنے کی کوشش کی جا رہی ہے, میرا اپنا ذاتی پوائنٹ آف ویو ہے, اس سے کوئی اختلاف کر سکتا ہے نا. میری نظر میں اس کا کوئی حل نہیں ہے, یہ آپ کبھی بھی ٹھیک نہیں کر سکتے سوائے ایک طریقے کے, ایک چیز سمجھنے کے. اس کی وجہ یہ ہے کہ کوئی بھی انسان جب کوئی چیز پڑھتا ہے اس کو اپنے طریقے سے سمجھتا ہے, اور وہ اپنی ذات میں یہ رکھتا ہے اختیار کہ وہ خود سے جو سمجھا ہے وہ موقف اختیار کرے. مگر کچھ لوگ ایسے ہوتے ہیں, پڑھتے ہیں, ان کو سمجھ نہیں آتی, یا اگر ان کو آ بھی گئی ہے تو وہ اپنے سے زیادہ معتبر کسی کو سمجھتے ہیں, اس کی بات سنتے ہیں اور کہتے ہیں کہ ہاں یار وہی ٹھیک ہوگا, اور وہ اپنی جو بھی سمجھ ہے اس کو وہ چھوڑ دیتے ہیں. یہ اب ایک انفرادی اللہ تعالیٰ نے دماغ دیا ہے, اس کے تحت یہ کام ہوتا ہے, اور یہ چیزیں ہمیں پیچھے بھی دیکھنے کو ملتی ہیں. بے شمار باتوں میں, بحثوں میں علماء کا آپس میں اختلاف ہے, ایک دوسرے سے الگ ہے, مگر ایک چیز ہے جو پوری امت کو ایک نہ ایک طریقے سے جوڑے رکھتی ہے. مثال کے طور پہ رسول اللہ صلی اللہ علیہ وسلم کی بات ہے, ہاں جی ہم سب ہی ہم بھی اور دوسرے بھی سب ایمان رکھتے ہیں, مگر ان کے آگے چیزوں کو انڈرسٹینڈ کرنے میں لوگوں کے اختلافات ہیں. اسی طرح ایگزیکٹلی سیم وے میں ادھر بھی ایسے ہی ہوتا ہے. حل ایک ہی ہے کہ کوئی بھی انسان اگر کہہ رہا نا کہ میں احمدی ہوں, تو اس پہ بدظنی کرنے کی بجائے صرف یہ کرنا چاہیے کہ اچھا یار وہ اس کو اس طریقے سے انڈرسٹینڈ کر رہا ہے, تو اگر کبھی موقع ملا تو میں اپنی انڈرسٹینڈنگ شیئر کر دوں گا. پر یہ نہیں ہم کر سکتے کہ اس کو برا بھلا کہے کہ یا ایک تو اس کو اپنے سے دور کریں, اور دوسرا اس کے اوپر مسلط کریں کہ نہیں جس طرح سے ہم سمجھ رہے ہیں اسی طرح سے تم سمجھو. اب یہ والا جو اختلاف ہے یہ صرف عام آپ میں, میرے میں, یا سوشل میڈیا پہ نہیں آتا. بے شمار ایسی باتیں ہیں, خلفاء کا آپس میں اختلاف ہے. مثال کے طور پہ قرآن مجید کی کوئی آیت ہے, اس کی بحث کے اوپر خلیفہ اول کا موقف ڈیفرنٹ ہو سکتا ہے, خلیفہ ثانی کا ڈیفرنٹ ہو سکتا ہے, اور یہ دیگر آپ اپنے مخالفوں سے سنتے ہو
کہ भैया आपके फलां खलीफा ने तो ये लिख दिया है और इन्होंने ये लिख दिया और खलीफा राबे भी हुजूर क्या कहते हैं मेरी तहकीक के मुताबिक, उनका पॉइंट ऑफ व्यू डिफरेंट भी हो सकता है। तो ये एक फितरती तकाजा है, इसको कोई बदल नहीं सकता, इसको कोई चेंज नहीं कर सकता कि जी आप सिंगल वन पॉइंट पे आ जाए। सिंगल वन पॉइंट एक ही है कि एक बंदा कह रहा है कि भैया वो मसीह इस्लाम से मुंसलिक है, इस जमात से मुंसलिक है, तो ये मोर देन इनाफ है कि उसके ऊपर बदजनी ना करो। हाँ ये कहोगे यार इसकी अंडरस्टैंडिंग हमें नहीं समझ आ रही या ये हमारी अंडरस्टैंडिंग नहीं समझ रहा है, ये इख्तलाफ को बरकत समझ के साथ चलोगे तो मेरे ख्याल से मामला हल हो जाएंगे। और कल की जो बात आप कर रहे हो ना कि कल जी वो अहमदियों की ब्रॉड लगा के उस पर हंसी ठट्ठा कर रहे थे, सर ये उनके एक वहम है। एग्जैक्टली सेम मामले में उनका अपना भी यही हाल है। हज़रत ईसा अलैहिस्सलाम के वजूद के मामले में वो भी कंफ्यूज हैं। कुछ कहते हैं वापस आएंगे वो नबी होंगे, कुछ कहते हैं वापस आके वो नबी नहीं होंगे, कुछ कहते हैं कि वो नबी तो हैं मगर वो नबूवत का काम नहीं करेंगे, वो सिर्फ जी हकम अदल होंगे, वो कुछ कहते हैं वो सिर्फ उम्मती होंगे। ये बेशुमार बातें सुनते नहीं हो आप, मगर क्या मुंसलिक है वो एक ही जगह पे। इसी तरह आप सब लोग भी मुंतकिल हो। तो ये जो हल ढूंढने निकले हो, मेरा तो ख्याल है कि ये इम्पॉसिबल है, सिवाय इसके कि ये समझ लो यार बंदा अहमदी है, मसीह इस्लाम से मुंसलिक है, तो उसके ऊपर बदजनी करना छोड़ दो। मेरी बात मुकम्मल हुई। जज़ाकल्लाह। वालेकुम अस्सलाम व रहमतुल्लाह। जी पाकिस्तान भाई मुझे बस 30 सेकंड। आपकी आवाज़ नहीं आ रही, वो भाई को मौका दे दो, तुम दे रहे हो, आपका डिस्कनेक्ट हो गया। अक्सर भैया आप कह लें, क्या कह रहे थे आप? कर लें बात, सॉरी मैं वो म्यूट हो गया था, मसरूफ हो गया था। करें बात, आप करें मुझे अभी। थिंकिंग है, मैं उसमें सिर्फ अपनी ऐड कर देता हूँ। देखें, सबसे पहले तो हमें अपने आप को उनके साथ अहमद भाई नहीं कंपेयर करना चाहिए, क्योंकि उनके पास तो कोई तंजीम ही नहीं है, उनके पास तो कोई हमारे वो बिल्कुल लावारिस से लोग हैं रूहानी लिहाज से। हम जब कोई गलती करते हैं, जब कोई बात करते हैं, तो हमारे ऊपर एक चेक एंड बैलेंस का एक सिस्टम है। चेक एंड बैलेंस मीन्स के हमारे ऊपर हमें ठीक करने वाले अल्लाह ताला के फजल से एक जो अहमदियत का बाग है उसका एक माली है, उसकी लुक आफ्टर करने वाले लोग हैं हमारे। तो सबसे पहले तो हमें ये ज़हन में रखना चाहिए, और ये महज़ अल्लाह ताला का फ़ज़ल है। दूसरी बात ये है कि सुबह जैसे अहमद भाई काफ़ी सारी चीज़ें जब बातें हमारी हो रही थी ना, तो उसमें 2-3 चीज़ों का हमें ज़रूर ख्याल रखना चाहिए कि देखें, जैसे हम अवॉइड करते हैं ना, जब हम मस्जिद जाते हैं तो जो यंग बच्चे होते हैं ना, हम उनके सामने हमें किसी ऑफिस होल्डर से, किसी मुरब्बी से कोई अगर किसी की बात कोई नापसंद आती है या कोई थोड़ा सा कंप्लेन वाला हमारा सिलसिला शुरू हो जाता, तो हम बच्चों के सामने वो बातें नहीं करते, और ना बच्चों के सामने करते हैं, ना खड़े होकर सारे एक ग्रुप की सूरत में। हजूर ने उससे मना फरमाया हुआ है। आप अगर थोड़ा सा पीछे जाए ना, तो ये बड़ा डीप इसकी है, इसकी इम्प्लीकेशंस जो हैं। तो उसका मतलब ये कुछ लोग ले लेते हैं, फिर जब जैसे सुबह बात हो रही थी कुछ भाई कि यार इसका मतलब है कि हम किसी मुरब्बी से इख्तलाफ नहीं कर सकते, किसी XYZ से नहीं। उसका ये मतलब नहीं है। हमें अब मुरब्बी से हम डिसएग्री बिल्कुल कर सकते हैं, लेकिन उसका जो इजहार है वो 10 बंदों के बीच में खड़े होकर करने से वल्लाह आलम आपके ईमान का लेवल क्या है, और जो 10 बंदे जहाँ पे आप इजहार कर रहे हैं उनके ईमान का लेवल क्या है। आप वो बात ठीक भी होगी, सब हर चीज़ मानने वाली है, कोई ऑफिस होल्डर कोई ऐसा हो सकता है, लेकिन हमें उसका इजहार इस तरह करने की इजाज़त नहीं है या नहीं होनी चाहिए मेरे ख़्याल में, कि वो फिर उससे जो कमज़ोर तबा के लोग हैं, जो वो फिर बेचारे शशोपंज का शिकार हो सकते हैं। ये बज़ाहिर छोटी बातें नज़र आने वाली, इसको आप कंपेयर करें एज ए फैमिली के 4, 5, 7, 10 मेंबर हो ना, तो आप इमेजिन करें कि अगर वो अपने घर की बातें जो हैं वो बाहर इस तरह निकलें कि लोगों में जाके, वैसे हम अहमदियत जो है हमारी एक फैमिली है, उसको हमने एहतियात के साथ, डिसएग्रीमेंट तो बड़ा हेल्दी होता है,
ڈس ایگری ہونا تو وہ تو بالکل صحیح ہے، لیکن اس کا اظہار کس طریقے سے آپ کر سکتے ہیں؟ میں ایک مثال دے دیتا ہوں کہ باتیں اگر اس طرح یہ ہو رہی ہیں کہ اگر کسی مربی کی بات ہو تو یہ الفاظ اگر ادا کر دیے جائیں کہ یار مربی کوئی آسمان تو اترے نہیں، یہ الفاظ ادا کرنے جو ہے وہ آپ کا لہجہ ہی بتا رہا ہوتا ہے۔ پاکستان بھائی میرا خیال ہے آپ نے جب راشد صاحب بات کر رہے تھے اس سے پہلے والی باتیں سنی تھی جو ہو رہی تھی طاہر حمزہ صاحب سے؟ نہیں وہ نہیں میں سن سکا جی۔ آپ کو پتہ ہے یہ پچھلے دنوں جو 2-4 دن سے بحث چل رہی ہے آپس میں احمدیوں کی، وہ آپ نے تھوڑی سی سنی ہے یہاں پہ ٹک ٹاک پہ؟ جی مجھے وہ جو نبی کے مفہوم کے بارے میں، ہاں جی یہ ہاں سنیے گا میں، کیونکہ آپ نئے آئے ہیں جو مجھے لگتا ہے نا، کیونکہ میرا پہلے آپ سے تعارف نہیں ہے، یہ کوئی آج پہلی بار یا اس سال میں پہلی بار نہیں ہو رہا کہ اس چیز کو کہہ لیں کہ تھوڑا سا ہوا بنایا جا رہا ہے یا تھوڑا سا ہائپ دی جا رہی ہے۔ یہ پچھلے سال بھی یہ کام ہوا ہے نا، ٹھیک ہے، اور یہ ہمیشہ ہوتا ہے۔ میں نے جو ایک چیز رکھی تھی کہ اس میں کوئی ہمیں یہ مربی شربی والا کام تو مربیان سے اختلاف رکھنا، خلیفہ سے اختلاف، یہ باتیں بالکل الگ ہیں۔ میں یہ جو ابھی جس حالت میں ابھی بیٹھے ہوئے ہیں، ہم مخالفین میں بیٹھے ہوئے ہیں، حالت جنگ میں بیٹھے ہوئے ہیں، ہم ایک اپنے تاہیں جہاد میں بیٹھے ہوئے ہیں، ہم دفاع میں بیٹھے ہوئے ہیں حضرت مسیح موعود علیہ الصلوۃ والسلام کے، تو اس میں ہمیں کون سی حکمت عملی پیدا کرنی چاہیے جس میں ہم آپس میں ایک دعوے کو ہی لے کر آپس میں بحث میں نہ پڑیں، ایک دوسرے سے بحث سے جو ہے نا وہ بحث کا خاتمہ کر سکے، کیونکہ یہ جو بحث ہے نا یہ ہمیں نقصان پہنچا رہی ہے اور یہ ہمارا مذاق بنوا رہی ہے، یہ ہمارا بھی مذاق بنا رہی ہے، ہمارے بانی جماعت کا بھی مذاق بنوا رہی ہے۔ اور یہ بحث میں نہیں کہہ رہا کہ پاکستان بھائی غلط ہیں، طاہر جمبا صاحب صحیح ہیں، وہ طاہر حمزہ صاحب صحیح ہیں، یا طاہر حمزہ صاحب غلط ہیں، آپ صحیح ہیں، ٹھیک ہے، یہ میں بالکل نہیں کہہ رہا، میں صرف اتنی سی بات کر رہا ہوں کہ کس طرح اس بحث سے ختم کر لیں گے، کنارہ کشی کی جائے، وہ کیا ہونا چاہیے؟ میں کوشش کرتا ہوں اپنا کوئکلی پوائنٹ آف ویو دینے کی۔ سب سے پہلے تو میں دوستوں کو اپنا چھوٹا سا کوئکلی تعارف کروا دیتا ہوں۔ میرا نام انعام اللہ ورک ہے، میں واشنگٹن ڈی سی USA میں رہتا ہوں جی، ٹھیک ہے جی۔ اچھا، اب جو 1122 بھائی جو آپ نے بات کی ہے نا، میرے خیال میں دیکھیں ہم بنیادی چیزوں جو ہماری فاؤنڈیشن ہے نا اس کو برقرار رکھتے ہوئے ہم باقی اپنا پوائنٹ آف ویو دے سکتے ہیں۔ جب تک فاؤنڈیشن جو ہے نا وہ برقرار رہے گی تو باقی اپنا پوائنٹ آف ویو دینے میں کوئی حرج نہیں ہے۔ لیکن مجھے لگتا ہے جو آپ کا اسپیسیفک کویشچن تھا نا کہ دیکھیں ہر انسان کی اس کے ایجوکیشن اور اس کی وزڈم کا لیول جو ہے وہ ڈفرینٹ ہوتا ہے۔ اس کی میں کرکٹ والی مثال دے دیتا ہوں کیونکہ میں خود کرکٹ کھیلتا رہا ہوں۔ جو نئی بال کا بیٹسمین ہوتا ہے نا وہ ڈفرینٹ ہوتا ہے وہ جو اوپنر ہوتے ہیں۔ دیکھیں اس کی وجہ یہ ہے کہ جب اس قسم کے سوال آ جاتے ہیں نا تو پھر جو صاحب علم لوگ ہیں وہی آگے آتے ہیں فرنٹ لائن پہ، وہی ان پیچیدہ باتوں کا جواب بھی دیتے ہیں، اور جو تھوڑا سا کم علم رکھنے والے لوگ ہوتے ہیں جن کی اسپیشیلٹی کسی اور چیز میں ہو سکتی ہے اس کا وہ آنسر دیتے ہیں۔ تو ایسی بحث میں پڑھنے کی بجائے کہ لازمی بات ہے کہ جس بات کا ہمیں پوری طرح ہمیں عبور نہیں ہے اس بات پہ، اس پہ بھی لازمی ہم نے اپنا پوائنٹ آف ویو دینا ہے۔ میں کم از کم اس سے ذاتی طور پہ ہمیشہ گریز کرتا ہوں کہ جس بات کا مجھے پراپر علم نہ ہو میں اس میں خام خواہ جا کے اپنا اوپینین نہ دوں، میں اس میں پیچھے رہوں۔ جو جیسے میں نے صبح بھی اس کا میں نے ایسے ہی کیا تھا کہ احمد بھائی اور موسیٰ بھائی جب ان کا آنسر دینے لگ پڑے تو پھر آپ چپ کر کے نیچے بیٹھ کے سنیں۔ مطلب کافی سارے دوستوں کو یہ کرنے کی ضرورت ہے کہ مثلا اب نبی کے مفہوم پہ ہر احمدی اس طرح نہیں اس کو وہ سکل اس کی، تو اس کو جو ہمارے صاحب علم لوگ ہیں ان کو آنسر کرنے دینا چاہیے، ان کی بات سننی چاہیے، یہی خوبصورتی ہے۔ کیا خیال ہے احمد بھائی آپ کا؟
शायद भाई वही सही कह रहे हो। अब ये जो स्पेसिफिक टॉपिक है ना, मैंने तो नहीं देखा कि ये मसला हल होगा कभी। उसके लिए मैंने आपको एक बेहतरीन हल दिया है कि आपको अगर पता ना कि बंदा अहमदी है, इस्लाम के साथ मुंसलिक है किसी भी तरीके से, तो एक हुस्न ज़न आपको रखना पड़ेगा। वरना ये मामला ऐसा है कि आप देखो यार, एक पूरी एक मतलब जमात स्प्लिट हो गई। जी जी जी, ये वो मसला आज तक ऐसे ही है। मोहम्मद अहमद भाई, बात ये है, एक मिनट चीज आ रही है। उसकी वजह क्या है? उसकी वजह क्या है? हमने तो नहीं ना लिखी किताबें, वज़ीर साहब ने लिखी हैं, उसके बाद मतलब लिटरेचर आज तक। मोहम्मद अहमद भाई, एक मिनट, बंदा खुद को अहमदी कहता है, उसको उसके खिलाफ कोई भी चीज़ ना कोई आग भड़कानी चाहिए, ना कुछ भी कहना चाहिए। जो भी मोहम्मद अहमद भाई, एक मिनट देंगे? मुखालफत में किसी ने नहीं करना। बात ये है कि यहाँ पे जितने लोग बैठे हैं मेरे समेत, क्या उनको जमात ने मुकर्रर की है कि आप यहाँ पे बैठ के जमात को मौके पेश करें? कतन नहीं। हम सब जमात का हिस्सा हैं। सुन तो लें, मोहम्मद अहमद भाई, सुन तो लें, सुन लेते हैं यार, सुन तो लें मोहम्मद अहमद भाई, मैं नहीं बोल रहा हूँ आप लोगों की बात में। मुझे लगा था कि क्वेश्चन किया आपने, हम रियली सॉरी, आप करें कंटिन्यू। पहली बात तो ये है कि हम सब अपनी ज़ाती हैसियत से बैठते हैं, अपना टाइम निकालते हैं, ना हमें किसी जमात के ऑफिशियल बंदे ने मुकर्रर किया है कि आप ये काम करें, ना यहाँ पे कोई पे मुलाजिम है किसी का। रही बात, एक ही मौक़िफ़ को दो बंदे मुख्तलिफ ज़ाविये से बयान करते हैं। मसलन मैं एक हवाला दे देता हूँ कि दोस्त मोहम्मद शहद साहब ने फरमाया था मरहूम ने कि एक दफ़ा वो जा रहे थे रवा से सरगोदा की तरफ, कहते हैं रास्ते में कुछ और उलमा भी बैठ गए, तो उनका आपस में झगड़ा शुरू हो गया। किसी ने कहा कि नबी करीम सल्लल्लाहु अलैहि वसल्लम नूर है, और कुछ कहते थे कि बशर है। जब काफ़ी वो हद से ज़्यादा झगड़ा बढ़ा तो ड्राइवर ने कहा ये पगड़ी वाला भी एक बंदा बैठा है, इससे भी पूछ लें, इसने भी दाढ़ी रखी हुई है। तो मैंने कहा कि मैं जो बात कहूँगा वो मान लोगे? उनका जी बिल्कुल मान लेंगे। वो दोनों घर बैठ गए। मैंने कहा कि अगर मोहम्मद रसूलुल्लाह सल्लल्लाहु अलैहि वसल्लम का रुख मुबारक होगा खुदा की तरफ, तो लाजमन नबी करीम सल्लल्लाहु अलैहि वसल्लम बशर हैं और खुदा नूर है, और नबी करीम सल्लल्लाहु अलैहि वसल्लम का रुख मुबारक होगा हमारी तरफ, इंसानों की तरफ, तो हम बशर हैं और नबी करीम सल्लल्लाहु अलैहि वसल्लम नूर है। तो उन्होंने वो मसला ही ख़त्म कर दिया। जाविया एक ही है समझने का। अब बात सिर्फ इतनी है कि क्या 112 साहब को, मुझे, आपको किसी ने को मुकर्रर कर दी है कि ये तंजीम साजी बैठ के करें? और तीसरी बात, सुन लें यार, आखिरी बात करने दे, सुन लें। अली अहमद जी, नहीं वो इरफान भाई आए थे, तीसरी बात और आखिरी, कि जिस तरह हज़रत मसीह मऊद अलैहिस्सलाम ने फरमाया है कि किसी को आप किसी ओहदेदार से भी शिकायत है, तो उसके लिए आप तरीक़ाकार ये है कि 40 दिन दुआ करें। अगर वो भी आपका मसला हल नहीं हो रहा तो फिर मरकज़ का नुमाइंदा है, उसको शिकायत कर दें। मरकज़ी नुमाइंदा भी आपकी नहीं सुन रहा तो फिर हुजूर से शिकायत कर दें। लेकिन आपको ये हक हासिल नहीं है कि वो आप प्लेटफॉर्म लगा के बैठ जाएं और तरह तरह की बातें बयान करनी शुरू कर दें। ना मेरा और आपका ये इल्म का मुकाम है कि हम वो इल्म उस तरह हासिल किया हुआ है कि हम उसको बयान करें। हर एक ने आपने अपने इल्म के मुताबिक बात करनी होती है। ये फजूल किस्म की बहस है कि हम इसको ऐसे करते हैं, ऐसे। ज़्यादा सब बहस जो है वो बहस करनी हमें मुनासिब है, यहाँ पे करनी है, इस प्लेटफॉर्म पे चाहिए, उस पे आप क्या कहते हैं? मैंने तो बात ही जब खत्म कर दिया कि ये जरूरत ही नहीं है। हर एक का अपना अपना मौक़िफ़ है, जैसे मर्जी दे। तो ये इसको हम खत्म कैसे कर सकते हैं? कोई 30 सेकंड मुझे और आपको ये टारगेट दिया ही नहीं किया कि हम खत्म करें। अच्छा, मतलब कि नहीं खत्म करनी चाहिए, जो मर्जी कोई करे। हर एक का अपना अपना ज़ाविया है इल्म का कि वो कैसे बयान करता है। ताहिर अमजद साहब का मेरे से बहुत ऊंचा लेवल है, वो उस तरीके से बयान करेंगे।
آپ کا میرے سے آپس میں بیٹھ کے آپ کو پتا ہے کل وہ کیا لینا یہ ہم یہ سنے نا میری بات تو سنے تجربات سے آپ گزرے ہوئے آپ نے جب مائک لینا ہوتا ہے تو پھر آپ سوری میری بات سنیں. ایک یہ بات ہے کہ کل بمباسٹک صاحب کے الفاظ جو تھے نا ٹھیک ہے انہوں نے بتایا تھا کہ ہم نے کیا ماننا ہے ہمیں کوئی بتا دے گا ٹھیک ہے. یہ بمباسٹک صاحب کے الفاظ تھے طاہر امجد صاحب کی اور شہزاد خرم صاحب کی بحث کے بعد ٹھیک ہے. اور پھر میاں صاحب کے الفاظ جو تھے وہ سنیے گا. انہوں نے کہا تھا بہت ہی بغیرت ہوگا عامر نذیر یا کوئی اور بندہ جو آ کے آپ کے ساتھ ختم نبوت پہ بحث کرے گا ٹھیک ہے. یہ الفاظ احمدی کے ہیں یہ کسی غیر احمدی کے نہیں ہیں. اور ایک بندے نے تو یہ بھی بولا تھا کہ کیا آپ دونوں یہ ثابت کرنا چاہتے ہیں کہ مرزا صاحب علیہ السلام کے عبارات میں تناقض پایا جاتا ہے. بات یہ ہے یہ میں ان الفاظوں سے کچھ کر رہا ہوں آپ یہ کہہ رہے ہیں کہ یہ الفاظ ہونے چاہیے آپ کے جو کہنے کا مطلب ہے. بات تو سن لیں بات سن لیں. بات یہ ہے کہ حضور نے ایک غلطی کا ازالہ لکھ کے تمام اس کا ازالہ فرمایا ہوا ہے ٹھیک ہے. دوسرا جلد نمبر 22 میں حضرت مسیح موعود علیہ السلام نے ابھی صفحہ مجھے یاد نہیں میں نے اس کو اسکرین شاٹ لے کے رکھا ہوا ہے. آپ نے فرمایا کہ خدا کی قسم مجھے خدا نے نبی بنایا ٹھیک ہے. اب جب ایک شخص خود اپنے دعوے کے متعلق خود قسم اٹھا کے کہہ رہا ہے مجھے اور آپ کو کیا حق حاصل ہے؟ میں بتاتا ہوں میں نے یہ بات کسی سے پوچھی ہے کہ کس نے کیا لکھا ہے کب لکھا ہے کیا لفظ لکھے ہیں. میں تو یہ کہہ رہا ہوں کہ آپس میں جو دونوں وہ جو صفحہ نمبر 22 کی آپ بات کر رہے ہیں یا کتاب کی بات کر رہے ہیں یا الفاظوں کی بات کر رہے ہیں اس کا انکاری کون ہے؟ یہاں پہ دونوں بندے جو بیٹھے ہیں وہ انکاری نہیں کر رہے تو ان کو سن تو لیں ایک الفاظ سن لیں سن تو لیں الفاظ سن لیں. وہ جو دونوں بندے اس عبارت کو سچی مان رہے ہیں اس پہ ایمان رکھ رہے ہیں اس کا انکار نہیں کر رہے اس پہ اکٹھا کیسے کرنا ہے اس عبارت پہ دو بندوں کو؟ میں یہ کہہ رہا ہوں یہ ہے کہ مجھے یہ ٹارگٹ دیا ہی نہیں گیا یعنی نہیں کرنا نا عدالت میں پیش ہوئے وہی سن لیں آپ نے سوال کر لیا تو پھر سننے کا حوصلہ بھی رکھا. میری بات تو سن لیں زرتے صاحب آپ یہ کہہ رہے ہیں سن لیں آپ کا یہ بات ہے کہ ہمیں یہ ٹارگٹ نہیں دیا گیا. کیا ہمیں دن رات یہ الفاظ جو بمباسٹک صاحب کے تھے جو میاں صاحب کے تھے یا جو اور باقی احمدیوں کے ذہن میں اور دماغ میں آ رہے ہیں کیا وہ آنے چاہیے؟ کیا ہم نے ماننا کیا ہے بھائی اپنی بات کون سی تلوار کے ساتھ عامر نذیر کے ساتھ آپ جو بیٹھے ہوئے تھے میں سن رہا تھا سارا نیچے بیٹھ کے آپ عامر نذیر کے ساتھ وہ بیٹھے ہوئے تھے کسی جگہ پہ. بات یہ ہے کہ میں نے آپ کو بتایا ہے کہ علم کا لیول ہر ایک انسان کا برابر نہیں ہے. علی احمد کا اور میرا برابر نہیں ہے میرا اور آپ کا برابر نہیں ہے محمد احمد کا اور میرا آپس میں برابر نہیں ہے ٹھیک ہے. ہم کسی کالج کے کسی جامعہ کے نہیں پڑھے ہوئے ٹھیک ہے. ہم نے اپنے لیول کے حساب سے بات کرنی ہے. رہی بات کہ کون کس لیول سے بات کرتا ہے وہ اپنی جواب دہ ہے اس اپنی بات کا جواب دہ ہے لیکن اس میں تضاد پیدا کیوں کر رہے ہیں؟ آخری بات سن لیں. میں ایک دفعہ ایک عدالت میں پیش ہوا میرے ساتھ صاحبزادہ عبد الرشید صاحب تھے ٹوپی خان فیملی کے تھے صاحبزادہ عبد الرشید صاحب ان کی وفات ہو گئی ہوئی ہے ٹھیک ہے. تو جج صاحب نے پوچھا کہ آپ مرزا صاحب کو کیا مانتے ہیں؟ انہوں نے کہا کہ مرزا صاحب نے جو بھی دعوے کیے میں ان کو سچ مانتا ہوں جتنے دعوے کیے ہیں. ہاں جی تو کون کہتا نہیں مانتا؟ میں اس میں تو کوئی بات ہی نہیں ہے. اس جج نے کہا کہ نہیں آپ کیا مانتے ہیں؟ اس نے کہا میں جب کہہ رہا ہوں کہ اگر ان کی جتنے دعویٰ جات ہے حرف بہار میں ان کو سچا مانتا ہوں. بات ختم ہو گئی. ہاں جی ٹھیک ہے. یہ بات جو آپ کر رہے ہیں نا سن لیں اب آپ کی بات ختم ہو گئی ہے. سن لیں زرتے صاحب یہ جو آپ بات کر رہے ہیں یہ کون نہیں کہتا؟ ہر کوئی کہتا ہے. یہ طاہر امجد صاحب اور شہزاد خرم صاحب جن کی کل آپس میں ایسی ان کا اعتراض ہوا ہے کہ وہ دونوں 360 پہ اپنی بات بتا رہے تھے 180 پہ سوری 180 پہ اپنی بات سن تو لیں میری بات یار آپ سن لینا. ایک کہہ رہا ہے سن لیں زرتے صاحب ٹھیک ہے طاہر امجد صاحب کی بھی سنی ہے. اور مجھے یہ بتائیں نا عبارت جو آپ پڑھ کے سنا رہے تھے مجھے ابھی ٹھیک ہے بات تو میری تو ختم ہو لینے میں آپ کو ایک حوالہ دے دیتا ہوں آپ چپ. بھائی مجھے حوالہ چاہیے نہیں نا مجھے حوالہ نہیں مجھے اس چیز کا حل چاہیے.
مجھے حل نہیں چاہیے نا، میں آپ کو حوالہ ہاں دے تو رہا ہوں۔ آپ کو حل نہیں چاہیے تو بس یہ بات ختم نا، ہم سن حل تو پہ لینا، بات کر آپ رہے ہیں۔ ایک حوالہ لے لیں، ایک حوالہ لے بھائی لیں۔ مجھے حوالہ نہیں چاہیے، میں یار خلیفہ راشد کا حوالہ دے رہا ہوں، مجھے خلیفہ راشد کا حوالہ نہیں کا حوالہ چاہیے، دے رہا ہوں مجھے حوالہ ہی نہیں چاہیے بھائی جان۔ مجھے حوالہ چاہیے نہیں، میں حوالے کا کیا آپ کروں؟ کو نہیں دے رہا ہوں، باقیوں کو دے رہا ہوں۔ باقیوں کو بھی میں حوالہ نہیں دینا چاہ رہا، میں باقیوں کو یار یہ زرتے صاحب سن لیں، ڈکٹیٹرشپ تو نہیں ہے نا زرتے یار۔ صاحب سن لیں، زرتش بھائی میری بات سن لیں۔ آپ نے ٹاپک پتا کیا ڈیفرنٹ ہو گیا ہاں۔ زرتش بھائی، ایسی یہ کوئی بات نہیں ہو ڈکٹیٹرشپ رہی، ہم نے نہیں یہ ہے کہ بات میں نہیں آپ ہو کو رہی۔ باقیوں سے بھی بات زرتش نہیں صاحب کرنے پیارے، دوں گا۔ اچھا ٹھیک ہے، حوالہ آپ دے دیجئے گا، میں آپ کو بتاتا ہوں کہ یہاں پہ حوالہ ہم کھیل ہی نہیں رہے، بھائی آپ جان بات بات کو کس سن طرف لے کے لیں، جا رہے ہیں، ہم حوالہ کھیل ہی نہیں رہے بھائی جان۔ بھائی جان میں بات سن لیں، آگے ماننا نہ ماننا آپ کی اپنی مرضی ہے، آپ ٹھیک ہے جی، ڈکٹیٹرشپ کر رہے ہیں۔ ٹھیک ہے جی، چلیں جی کر لیں بات، میں معذرت کرتا ہوں۔ حضرت خالد بن ولید کا جب مقدمہ حضرت ابوبکر صدیق کے پاس پیش ہوا تو حضرت عمر نے فرمایا کہ ہاتھ لگائیں، حضرت ابوبکر صدیق نے نہیں لگائی۔ اب دو خلفاء کے، دوسرا بھی وہ خلیفہ ہی ہیں، بعد میں خلیفہ بنے ہیں، اور اب حاضر وقت خلیفہ ان پہ ہاتھ نہیں لگا رہے، اور مالک بن نویرہ والا واقعہ تھا جس میں آپ اس حضرت خالد بن ولید نے سر اس کا قلم ہماری کر بات کے سے کیا دیکھ تعلق پکائی ہے تھی، اب؟ بات حد کی ہو رہی تھی، اور حضرت عمر فرما رہے تھے کہ ہاتھ لگائیں، حضرت ابوبکر صدیق نے نہیں لگائی۔ زرتش بھائی اس ریفرنس کا یہاں پہ کیوں ضرورت پیش آئی؟ یہاں پہ تو ایسی کوئی بات نہیں ہو رہی، آپ لوگوں کی اپنی مرضی ہے، جو آپ مرضی کریں، آپ مفتی بننا چاہتے ہیں سلسلے کے مفتی بن جائیں، لے لیں مقام آپ۔ ایک منٹ یار مجھے اجازت دیں، میں بڑی دیر سے سن رہا ہوں۔ زرتش بھائی آپ نے جو بات کرنی ہے آپ کر لیں، لیکن یہ ٹاپک سے بالکل بھی ڈیفرنٹ ہے، ٹوٹلی ڈیفرنٹ ہے جو ٹاپک چل رہا تھا، لیکن آپ نے جو کرنی ہے وہ کر لیں تاکہ آپ کو یہ نہ لگے کہ بھئی کوئی ادھر ڈکٹیٹرشپ چل میں نے رہی ہے۔ مبشر بھائی میں نے کر لی ہے جی 1122 صاحب کریں بات پھر آپ۔ جی میں یہ کہہ رہا ہوں کہ ایک جو معتبر ترین شخصیات ہیں، جو بڑے بزرگ ہیں ہمارے، ان میں بیٹھ کے ان کے درمیان ایک حکمت عملی بنانی چاہیے ہمیں سب کو، ٹھیک ہے، اور وہ حکمت عملی ایسی ہونی چاہیے کہ اس میں ہم آپس میں بحث میں نہ پڑیں، یہ حوالہ نہ کھیلیں۔ اگر کسی کو کسی چیز پہ الگ فہم ہے یا دوسرے کو الگ ہے تو وہ بحث کا پلیٹ فارم یہ نہیں ہے، یہاں پہ ہم حالت جنگ میں ہیں، ٹھیک ہے، ہم میدان میں اترے ہوئے ہیں، اور میدان میں کس کے لیے اترے ہوئے ہیں؟ اس پاک ذات کے لیے اترے ہوئے ہیں جس کی عبارت میں سے آپ دونوں الگ الگ مطلب نکال رہے ہیں، ٹھیک ہے۔ اب دیکھیں کہ یہ ہمیں کتنا نقصان دے رہا ہے، یہ آپ کا عمل اتنا نقصان دہ ہمیں وہ عمل نہیں دیتا اگر کوئی یہاں پہ بیٹھ کے کوئی ایک احمدی دوسرے احمدی کو گالیاں دیتا ہے، وہ عمل جو ہے نا وہ اتنا نقصان دہ نہیں ہو دیتا، سوری میں اس کمرے میں چلے جاتا ہوں، وہ عمل جو ہے وہ اتنا نقصان دہ نہیں دیتا جتنا یہ آپ کی یہ چیز کہ آپ نعوذ باللہ اس پاک ذات کی عبارات میں تناقض ڈھونڈ کے کر رہے ہیں، کہ یعنی ایک کہہ رہا ہے 180 ڈگری پہ کہ وہ، میں تھوڑی چھوٹی سی مثال دے دیتا ہوں لیکن میں اس پہ کوئی حوالے وغیرہ مانگتا نہیں، ایک کہہ رہا ہے وہ حقیقی نبی ہے، دوسرا کہہ رہا ہے نہیں وہ حقیقی نبی نہیں ہے۔ اب اس کو کیسے آپ مینیج کریں گے، کیسے کریں گے؟ اچھا اس سے جی اب بات ختم کر 1122 بھائی، میں پتہ کہ یہاں پہ جتنی کرو گے نا بات، وہ ادھر ریکارڈنگیں بنائیں گے، تماشا لگائیں گے، یہ مسئلہ حل نہیں ہونا۔ یہ تناقض ان بندوں کے درمیان نہیں ہے، ان دو بندے ہیں جن کے درمیان تنازع ہو چکا ہے، اس کے پیچھے وجہ ہے تحریرات۔ اب ان تحریرات کو تو نہیں بٹا سکتے آپ، تو اس لیے یہ والا چھوڑ دو، یہ مسئلہ حل نہیں ہونا، ہو ہی نہیں سکتا، مطلب پاسبل نہیں نا، کوئی گنجائش نہیں ہے، کیونکہ یہ جن کو تناقض کہہ رہے ہیں کہ وہ آلریڈی ریٹن موجود ہے۔ اس کو ویسے کسی حد تک انصر رضا صاحب نے کل کافی ایڈریس کر دیا تھا، پھر اگر اور بھی گنجائش رہ گئی ہے تو پھر دوبارہ جا کے ان سے رہنمائی لی جا سکتی ہے۔ سر انصر رضا صاحب سے رہنمائی ہم کیوں لیں؟ پہلے تو آپ مجھے یہ بتائیں، ٹھیک ہے، جب ہم نے کسی عبارت پہ یا کسی کا دعویٰ ڈھونڈنا ہے، یا کہہ لیں کہ اس کے دعوے کی اس کے دعوے کی ہم نے تلاش کرنی ہے تو ہمیں انصر رضا صاحب بتائیں گے کہ انہوں نے کیا دعویٰ کیا ہے۔ 1122 بھائی دیکھیں میری بات سنیں، آپ یہ تو ہم سارے تسلیم کرتے ہیں نا کہ کچھ، جیسے ابھی ہم سارے اس بات پہ ایگری تھے کہ ہم سب کی ایجوکیشن اور وزڈم کا لیول وہ نہیں ہوتا،
ہم چیزیں کبھی تو میری کسی بات سے سمجھ سنیں، نہیں پڑتی ہیں. اگر میں نے کسی کو یہ بتانا ہے یار ٹھیک ہے 1122 کہ بھائی پوری محمد احمد بات صاحب، کرنے دیا کرو، اچھا ایک سوری بندے کو پوری بات کرنے دیا کرو. پاکستان بھائی آپ پتہ کیا ایک یہ ٹک ٹاک پہ چونکہ ہم آمنے سامنے نہیں بیٹھے نا، تو میرا خیال ہے ایک طریقہ اپنا لو کہ یہ رول بنا لو کہ کوئی بھی انسان جب اپنی بات مکمل کرے گا وہ بتا دے کہ یہاں میری بات مکمل ہے، کسی اور کے ہاتھ میں مائک جا رہا ہے. ہم اکثر نا ایک دوسرے کو انٹرپٹ کر دیتے ہیں. تو پاکستان بھائی آپ جب اپنی بات مکمل کریں تو آپ بتا دیجیے گا میری بات یہاں مکمل ہو گئی ہے، تو پھر 1122 بھائی کر لیں. جی میں بتاتا ہوں، بس میری بات میرا خیال کافی لمبی باتیں ہو گئی ہیں. دیکھیں میرا خیال ہے کہ میں 1122 بھائی کی بات کو ایڈریس کرنے کی کوشش کر رہا ہوں کہ کچھ چیزوں میں جو کمپلیکیشنز آتی ہیں کچھ ایشوز میں، اس کے لیے جو صاحب علم لوگ ہیں وہی ان سے ہی ہمیں کانٹیکٹ کرنا پڑے گا. یہ نہیں ہو سکتا کہ ہم کافی سارے ایسے ایشوز آتے ہیں کہ جہاں پہ ہماری عقل اور ہماری ایجوکیشن اس طرح نہیں ہم اپنی رائے دے سکتے جس طرح کچھ چیزوں پہ دے سکتے ہیں. 1122 بھائی یہ جو آپ کہہ رہے ہیں نا کہ ہمیں لازمی، سوری میری بات ختم ہو گئی، آپ بات کریں. کر لیں. میں آپ کی بات سن رہا ہوں. یہ مشہور آ رہا ہے محمد احمد صاحب آپ کی طرف سے. سوری یار، میں یہ کہہ رہا ہوں کہ اگر ہم نے کسی کا، میں نے یہ پوچھنا ہو کہ محمد احمد اپنے باپ کو ولی مانتا ہے یا نہیں مانتا، تو میں نے جو یہ بات پوچھنی ہے، یا کہہ لیں کہ مجھے ابھی وہ یہ مثال کوئی آسان لفظوں میں سمجھانی نہیں آ رہی، لیکن میں چلیں ٹھیک وہ پوائنٹ پہ ہی بات رکھ کے کر دیتا ہوں آپ سے کہ اگر ہم نے مرزا صاحب علیہ الصلوۃ والسلام کے دعوے کی بات کسی کو کرنی ہے، کسی کو بھی مثال کے طور پہ بتانی ہے کہ مرزا صاحب کا دعویٰ کیا ہے، ٹھیک ہے، تو ہم نے مرزا صاحب کے الفاظ بتانے ہیں علیہ الصلوۃ والسلام کے، یا ہم ہیں وہ ٹھیک ہے، وہ ہم، میں نہیں کہہ رہا کہ وہ غلط کر رہے ہیں، وہ ہم کہہ سکتے ہیں کہ انظر رضا صاحب مرزا صاحب کے دعویٰ جات سے یہ سمجھیں، وہ ایک الگ بات ہے. لیکن ایک بات یہ ہے کہہ رہا ہے کہ آپ عبارت پیش کریں، وہ عبارت نہیں پیش کر رہا، دوسرا کہہ رہا ہے کہ میں عبارت پیش کرتا ہوں، ٹھیک ہے، اور ایک بندہ عبارت پیش کر رہا ہے، تو اگر دوسرا بندہ اس عبارت پہ ٹھہر جائے، فل سٹاپ لگا دے کہ میں اس عبارت کو مانتا ہوں، وہ کہتا ہے نہیں، اس عبارت کی جو میں تشریح کر رہا ہوں اور وہ تشریح یہ کر رہا ہوں کہ وہ حقیقی نبی ہیں، ٹھیک ہے، یعنی ایک بندہ یہ کہہ رہا ہے کہ وہ حقیقی نبی نہیں ہے، انہوں نے لکھا ہے حقیقی نبی ہیں، وہاں پہ فل سٹاپ لگنا چاہیے تھا دوسرے بندے کا کہ ہاں ان کی عبارت سامنے آ گئی ہے، انہوں نے جو لکھا ہے میں اسی طرح مانتا ہوں، ٹھیک ہے، یہاں پہ فل سٹاپ لگنا چاہیے نا، یہاں پہ بحث ختم ہونی چاہیے، اور یہاں پہ بحث ختم ہو جائے گی اگر اسی طرح آگے چلے گا نا، تو یہاں پہ بحث ختم ہو جائے گی. لیکن یہاں پہ اگر بیچ میں آگے انصر رضا صاحب، بیچ میں آگے پاکستانی صاحب، بیچ میں آگے 1122 صاحب، بیچ میں آگے مولوی صاحب، کوئی بھی آ گیا اندر، تو پھر ہوگی بحث، جو کہ اس پلیٹ فارم میں جہاں پہ ہم حالت جنگ میں کھڑے ہوئے ہیں، مخالفین کے سامنے کھڑے ہوئے ہیں، مخالفین کے ساتھ اسی ٹاپک کے اوپر جنگ کر رہے ہیں، بحث کر رہے ہیں، مناظرے کر رہے ہیں، لڑ رہے ہیں، ہم دن رات ایک کیا ہوا ہے، ہم نے خون پسینہ ایک کیا ہوا ہے، ٹھیک ہے، اپنا ٹائم دے رہے ہیں، اپنے بچوں کا ٹائم نکال کے یہاں پہ لگا رہے ہیں، ٹھیک ہے، اپنی فیملیز کا ٹائم نکال کے اس موضوع کے اوپر لوگوں کے ساتھ دفاع کر رہے ہیں اس دعوے کا، اور بعد میں کیا پتہ چل رہا ہے، اپنے احمدی بھائی بول رہے ہیں بھائی ہمیں بتا دو، ہم نے سمجھنا کیا ہے. یہ بات آپ کے سیفی صاحب اپنا 1122 سے بات آپ ٹھیک کر رہے ہیں. دیکھیں اس میں خلیفۃ المسیح الثانی کا، بلکہ خلیفہ اول سے شروع کر لیں، خلیفۃ المسیح الاول کا، خلیفۃ المسیح الثانی کا، خلیفۃ المسیح الثالث کا، خلیفۃ المسیح الرابع کا، خلیفۃ المسیح الخامس کا، سب کا وہ بڑے کلیئر اس میں پوائنٹ ہیں. اگر اس کے بعد بھی ان کی اب کی وہ بھی سمجھ کے، تو آپ کو اگر یہ کنفیوزنگ لگ رہا ہے کسی کو اور وہ اس بات پہ اڑتا ہے، تو میرا خیال ہے کہ وہ بات میری سمجھ میں تو نہیں آتی.
میں تو ان کو اگر وہ دوسری طرف سے کہیں کہ میں بیعت میں بھی ہوں اور بیعت میں ہونے کے بعد بھی آپ ان کی جو سٹیٹمنٹس ہیں ان کو اگنور کر کے تو پھر بھی اس معاملے کو قابل ڈسکشن سمجھتے ہیں، تو مجھے تو اس بات کی سمجھ نہیں آتی۔ باقی یہ ہے کہ 1122 صاحب مولوی صاحب آئے ہیں، ان سے بھی ذرا سلام دعا کر لیں، تسی کلے ہی ادوں دے چھٹے چلا رہے ہو۔ السلام علیکم مولوی صاحب۔ وعلیکم السلام ورحمۃ اللہ وبرکاتہ۔ مولوی صاحب کی حال ہے؟ اللہ دا فضل جی بالکل ٹھیک ٹھاک۔ یہ جناب کیڑا مسئلہ فیثاغورس بن گیا کہ یہ جی پیتھاگورس تھیورم جڑا ہے نا وہی ہے جڑا اکثر میں اجازت چاہوں گا، میں جی مولوی صاحب بات کریں، میرے سب بھائیوں کو السلام علیکم ورحمۃ اللہ، پھر ملاقات ہوتی ہے۔ جزاک اللہ جی تشریف لانے کا بہت شکریہ۔ اوکے اللہ حافظ، السلام علیکم ورحمۃ اللہ۔ اللہ حافظ، وعلیکم السلام جی مبشر رضا صاحب۔ جی وہی وہ جڑا وہ کٹا کھلیا نہیں سی براڈ تے 1122 صاحب تسی سمجھا دیو مول صاحب نو، میں ذرا تھوڑا جہا مصروف ہوں۔ 1122 صاحب تہاڈے کو ہے ٹائم کہ نہیں؟ سوری میں تانوں کٹیا، تسی پھر ناراض ہو جاندے، اس تو بعد بولدے ہی نہیں ہو۔ ہاں ہو گئے نے ناراض۔ وہ مول صاحب وہ کٹا جڑا کھلیا نہیں سی وہ براڈ تے کدی محل کدی طاہر صاحب دی براڈ سی، یہ جتھے وہ جناب وہ شہزاد خرم صاحب دا تے انہاں دا طاہر امجد صاحب دا کوئی آپس چ مباحثہ ہو گیا جی مسیح موعود علیہ السلام دی دعوی نبوت نو لے کے، تے وہ پھر انصر رضا صاحب نے مینوں ایڈریس کیتا، لیکن وہ 1122 صاحب یہ گل کر رہے ہیں کہ بھئی یہ روز روز اکو گل تسی بار بار ایہو جے پلیٹ فارم تے شروع کر دیندے ہو تے ریفرنس دیندے ہو حضرت مسیح موعود علیہ السلام دی کتب تو یہ تے وہ تے اے تسی میرا جتنا خیال ہے میں بھی سندا رہا کہ جدوں تک ادے وچ بڑا واضح ساڈے خلفاء دے وہ جڑے نے وہ ہے نے ریفرنسز موجود نے جڑی انہاں گلاں کیتیاں نے۔ جے تانوں کسے عبارت تو نہیں بھی سمجھ آوندی تے تسی کہندے بھی ہو کہ میں بیعت چ بھی ہاں، تو جدوں بیعت چ ہے وہ تے پھر تانوں پھر اپنے جڑے ذاتی طور تے کٹے نہ کھولو تے بہتر ہے، اوتھوں تسی دیکھ لو۔ میری گل سنو مبشر رضا صاحب، تسی بھی غلط کر رہے ہو، ٹھیک ہے؟ میں اسی چیز تو کہہ لو کہ میں کہہ لو کہ فل بھریا پیا واں تے منوں کوئی سمجھ نہیں آ رہی کہ میں بھی کچھ ایسے الفاظ جڑے کہ میں بڑے کٹ کے رکھے نے، اگر میں بول دیتے تے میرے بھی انہاں الفاظاں نو لے کے تے مخالفین نے مذاق اڑانا ہے، ٹھیک ہے؟ تے او بہت سارے تھلے بیٹھے لوکاں نے بھی دل دے وچ الفاظ لے کے بیٹھے ہون گے تے او نہ کٹواؤ، ٹھیک ہے؟ یہ تواڈے بھی الفاظاں 'چ صاف نظر آ رہا کہ تسی جڑا مقصد ہے نا، ٹھیک ہے، اس گل کرن دا یا ایتھے میرا گل کرن دا وہ مقصد سمجھ نہیں پا رہے، ٹھیک ہے؟ میرا یہ مقصد قطعاً نہیں ہے کہ میں ایک بندے نو غلط ثابت کراں، ٹھیک ہے؟ میں یہ نہیں کہہ رہا، میں یہ چاہ رہا ہاں کہ گل نو اگے ودن نہ دیتا جائے، کیڑا طریقہ اختیار کیتا جائے کہ گل پچھاں نو آوے گاہ نو نہ جاوے۔ او دا حل کی ہے؟ او دا حل حضرت مرزا طاہر احمد صاحب دے الفاظ نہیں، او دا حل حضرت مرزا مسرور احمد صاحب دے الفاظ نہیں، او دے کسے دے الفاظ نہیں۔ تسی تھوڑا کو سوچ پاؤ، گہری سوچ پاؤ یہ اتے کہ کتنے جا کے فل سٹاپ لگ سکتا ہے۔ جی میں 1122 بھائی میرا خیال ہے کہ جڑا جو تہاڈی کنسرن ہے نا او دا مینوں جڑا حل نظر آ رہا ہوئے کہ خاموشی اختیار کیتی جائے۔ نہیں سر، نہیں سر، جدوں کوئی ایسی بحث ہو جائے، ویکھو عقل دا تقاضا ہے وے کہ ویکھو نا، میں ایک تانوں چھوٹی جی کوئکلی مثال دینا، میں اور تسی دو بندے گل کر رہے ہیں نا، تہاڈی رائے کسی گل تے مختلف ہو سکتی ہے، میری رائے کسی گل تے مختلف ہو سکتی ہے۔ تسی ایک واری بولے، دو واری بولے، میں ایک واری بولیا، دو واری بولیا، تیسری واری تو بعد ساڈے دوواں چ جڑا جنوں زیادہ احساس ہوئے گا نا وہ خاموش ہو جائے گا کہ یار ہن اے او جگہ نہیں ہے کہ میں ایتھے 1122 بھائی دے نال اگوں اپنا کوئی چیز ثابت کرن دی کوشش کراں۔ میں تانوں بی ویری آنیسٹ، میں تانوں اپنی گل دساں کہ میں اتھے خاموش ہو جاں گا اگر میری کسی اپنے احمدی بھرا نال ایسی بحث ہو جائے کہ جیڑا وہ نہ تسلیم کر رہا ہوئے وہ اپنا ڈیفرنٹ تے میں اپنی ڈیفرنٹ، تے میں اتھے خاموش ہو جاں گا کہ اس وقت دا تقاضا ہوئے گا کہ میں اتھے خاموش ہو جاں۔ ایہو ہی تے اینوں تے عقیدہ اپنے نفس نو کنٹرول کرنا۔ اگر ساڈے وچ اپنے نفس نو اسی کنٹرول نہیں کر سکدے، اس وقت اسی جوش نال بولی جانا ہے کہ نہیں میں اپنا پوائنٹ پروو کرنا ہے، تے پھر ساڈے تے دوجے لوکاں چ کی فرق ہویا؟ پھر اسی کی سکھیا اپنے خلفاء کولوں یا اپنے وڈیاں کولوں؟ تو میرا خیال ہے کہ اگر تسی غور کرو نا اس گل تے خاموشی دا بہترین حل ہوئے گا
ਕਿ ਉਸ ਵਕਤ ਉਸ ਜਗ੍ਹਾ ਤੇ ਖਾਮੋਸ਼ੀ ਇਖਤਿਆਰ ਕੀਤੀ ਜਾਏ। ਬਾਅਦ ਵਿੱਚ ਫਿਰ ਕੋਈ ਐਸੀ ਗੱਲ ਆ ਜਾਏ ਜਦੋਂ ਇਨਸਾਨ ਦਾ ਦਿਮਾਗ ਠੰਡਾ ਹੋ ਜਾਏ, ਜਦੋਂ ਵਕਤ ਗੁਜ਼ਰਦਾ ਹੈ, ਤੇ ਫਿਰ ਅਗਰ ਉਹ ਬੰਦਾ ਸਮਝਦਾ ਕਿ ਨਹੀਂ ਯਾਰ ਮੇਰਾ ਪੁਆਇੰਟ ਆਫ ਵਿਊ ਸਟਿਲ ਠੀਕ ਸੀ, ਤੇ ਉਹ ਆਪਣੀ ਕਿਸੇ ਹੋਰ ਜਗ੍ਹਾ ਤੇ ਉਹਦਾ ਇਜ਼ਹਾਰ ਕਰ ਲੈ। ਲੇਕਿਨ ਉਸ ਵਕਤ ਖਾਮੋਸ਼ੀ ਇਖਤਿਆਰ ਕੀਤੀ ਜਾਏ ਤਾਂ ਕਿ ਉਹ ਬਹਿਸ ਅੱਗੇ ਨਾ ਵੱਧ ਸਕੇ। ਜਦੋਂ ਇੱਕ ਬੰਦਾ ਖਾਮੋਸ਼ ਹੋ ਜਾਏਗਾ, ਵੇਖੋ ਨਾ ਹੁਣ ਮੈਂ ਤੇ ਤੁਸੀਂ ਗੱਲ ਕਰ ਰਹੇ ਹਾਂ, ਹੁਣ ਮੈਂ ਗੱਲ ਕਰ ਰਿਹਾ ਨਾ, ਅਗਰ ਤੁਸੀਂ ਮੇਰੀ ਗੱਲ ਨਾਲ ਡਿਸਐਗਰੀ ਕਰੋ ਫਿਰ ਤੁਸੀਂ ਉਹਦਾ ਜਵਾਬ ਦਿਓ, ਫਿਰ ਅੱਗੋਂ ਮੈਂ ਸਮਝਾਂ ਕਿ ਨਹੀਂ ਯਾਰ ਮੈਂ ਠੀਕ ਗੱਲ ਕੀਤੀ, ਫਿਰ ਮੈਂ ਉਹਦਾ ਜਵਾਬ ਦਿਆਂ, ਉਹ ਦੈਟ ਵਿਲ ਕੰਟੀਨਿਊ, ਦੈਟ ਵਿਲ ਗੋ ਔਨ ਐਂਡ ਔਨ ਐਂਡ ਔਨ, ਉਹ ਕਿਧਰੇ ਰੁਕੇਗੀ ਨਹੀਂ ਉਹ ਚੀਜ਼। ਲੇਕਿਨ ਜਿੱਥੇ ਇੱਕ ਜਗ੍ਹਾ ਤੇ ਤੁਸੀਂ ਆਖੋ ਕਿ ਯਾਰ ਇਨਾਮ ਤੇ ਹੁਣ ਖਾਮੋਸ਼ੀ ਨਹੀਂ ਹੋ ਰਿਹਾ, ਚੱਲ ਮੈਂ ਖਾਮੋਸ਼ ਹੋ ਜਾ, ਅਗਰ ਤੁਸੀਂ ਅਹਿਸਾਸ ਕਰਦੇ ਹੋ ਖਾਮੋਸ਼ ਹੋ ਜਾਏ, ਮੈਂ ਇੱਕ ਵਾਰੀ ਦੋ ਵਾਰੀ ਤੋਂ ਬਾਅਦ ਆਟੋਮੈਟਿਕਲੀ ਮੈਨੂੰ ਸ਼ਰਮ ਆਏਗੀ ਕਿ ਵੇਖੋ ਯਾਰ ਅਗਲਾ ਬੰਦਾ ਚੁੱਪ ਹੋ ਗਿਆ ਤੇ ਮੈਂ ਕਿਉਂ ਬੋਲੀ ਜਾ ਰਿਹਾ। ਮੇਰਾ ਖਿਆਲ ਅਸੀਂ ਇੰਨੇ ਕੁ ਮੈਚੋਰ ਔਰ ਸਾਡੇ 'ਚ ਇੰਨੀ ਹੈ ਕਿ ਅਸੀਂ ਉਸ ਚੀਜ਼ ਨੂੰ ਵਕਤ ਦੇ ਉਸ ਚੀਜ਼ ਨੂੰ ਸਮਝੀਏ ਕਿ ਅਸੀਂ ਖਾਮੋਸ਼ੀ ਇਖਤਿਆਰ ਕਰੀਏ। ਇਸ ਮਸਲੇ ਦਾ ਹੱਲ ਜੋ ਮੇਰਾ ਆਪਣਾ ਕਹਿ ਲਓ ਕਿ ਇੱਕ ਕਹਿ ਲਓ ਕਿ ਰਿਕੁਐਸਟ ਹੈ, ਉਹਨਾਂ ਨੂੰ ਲੋਕਾਂ ਵੱਲ ਨੂੰ ਰਿਕੁਐਸਟ ਹੈ ਕਿ ਜਿਹੜੇ ਇਸ ਬਹਿਸ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਂ ਇਸ ਬਹਿਸ ਦੇ ਵਿੱਚ ਪੈਣਾ ਚਾਹੁੰਦੇ ਨੇ, ਉਹਨਾਂ ਵਾਸਤੇ ਮਸ਼ਵਰਾ ਹੈ ਕਿ ਉਹ ਇੱਕ ਕੰਮ ਕਰਨ, ਠੀਕ ਹੈ, ਉਹ ਇੱਕ ਕੰਮ ਕਰਨ ਕਿ ਇੱਕ ਇਬਾਰਤ ਲਿਆਉਣ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ अलैहिस्सलाम ਦੀ, ਠੀਕ ਹੈ, ਉਹ ਮੇਰੇ ਸਾਹਮਣੇ ਰੱਖ ਲੈਣ, ਠੀਕ ਹੈ, ਜਾਂ ਪਾਕਿਸਤਾਨੀ ਸਾਹਿਬ ਦੇ ਸਾਹਮਣੇ ਰੱਖ ਲੈਣ, ਜਾਂ ਕਿਸੇ ਹੋਰ ਦੇ ਸਾਹਮਣੇ ਰੱਖ ਲੈਣ, ਦੋ ਬੰਦੇ ਜਿਨ੍ਹਾਂ ਨੂੰ ਆਪਸ 'ਚ ਇਖਤਲਾਫ ਲੱਗ ਰਿਹਾ ਕਿ ਸਾਡਾ ਆਪਸ 'ਚ ਇਖਤਲਾਫ ਹੈ, ਉਹ ਆਣ, ਉਹ ਸਾਡੇ ਸਾਹਮਣੇ ਰੱਖਣ ਕਿ ਕਿਆ ਤੁਸੀਂ ਇਹਦੇ ਇਨਕਾਰੀ ਹੋ, ਦੂਜੇ ਬੰਦੇ ਨੂੰ ਪੁੱਛ ਲੈਣ, ਠੀਕ ਹੈ, ਕਿ ਕਿਆ ਤੁਸੀਂ ਇਹਦੇ ਇਨਕਾਰੀ ਹੋ, ਠੀਕ ਹੈ, ਉਹ ਆਖੇ ਕਿ ਨਹੀਂ, ਦੂਜਾ ਬੰਦਾ ਵੀ ਆਪਣੀ ਇਬਾਰਤ ਰੱਖ ਲੇ, ਇਬਾਰਤ ਯਾਨੀ ਕਿ ਦਾਵਾ ਰੱਖ ਲੇ, ਠੀਕ ਹੈ, ਉਹ ਦਾਵਾ ਰੱਖ ਲੇ ਕਿ ਇਹ ਦਾਵਾ ਮੇਰੇ ਸਾਹਮਣੇ ਆਇਆ, ਕਿਆ ਇਹਦੇ ਤੁਸੀਂ ਇਨਕਾਰੀ ਹੋ, ਤੇ ਜਦੋਂ ਆਖੇ ਨਹੀਂ, ਠੀਕ ਹੈ, ਤੇ ਉੱਥੇ ਫੁੱਲ ਸਟਾਪ ਲਾ ਕੇ ਬਹਿਸ ਨੂੰ ਖਤਮ ਕਰ ਦਿੱਤਾ ਜਾਏ, ਬਜਾਏ ਕਿ ਕਿਹਾ ਜਾਏ ਕਿ ਅਸੀਂ ਇਹਦੇ ਤੋਂ ਇਹ ਮਤਲਬ ਲੈਂਦੇ ਹਾਂ ਤੇ ਤੂੰ ਕੀ ਮਤਲਬ ਲੈਣਾ, ਤੇ ਉਹ ਆਖੇ ਕਿ ਨਹੀਂ ਮੈਂ ਇਹ ਮਤਲਬ ਲੈਣਾ। ਇਹ ਇਸ ਪਲੇਟਫਾਰਮ ਤੇ ਸਾਨੂੰ ਫਿਲਹਾਲ ਤੱਕ, ਠੀਕ ਹੈ, ਮੈਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਹੋ ਸਕਦਾ ਕੋਈ ਬੜਾ ਵੱਡਾ ਫਾਇਦਾ ਪਹੁੰਚ ਜੇ, ਸਾਡੇ ਤੇ ਅਸੈਂਬਲੀ ਦੀ ਕਾਰਵਾਈ ਜਿਹੜੀ ਹੋਈ ਹੈ ਉਹ ਉਲਟੀ ਪੈ ਜੇ, ਸਾਡੇ ਤੇ ਕੁਫਰ ਦੇ ਫਤਵੇ ਖਤਮ ਹੋ ਜਾਣ, ਸਾਨੂੰ ਕਹਿ ਲਓ ਕਿ ਆਜ਼ਾਦੀ ਮਿਲ ਜੇ, ਸਾਡੀਆਂ ਮਸਜਿਦਾਂ 'ਚ ਅਜ਼ਾਨਾਂ ਹੋਣ ਲੱਗ ਪੈਣ, ਸਾਡੇ ਕਹਿ ਲਓ ਕਿ ਤਬਲੀਗ ਦੇ ਕਾਫਲੇ ਚੱਲਣ, ਸਾਡੀ ਵੀ ਜਮਾਤੇ ਤਬਲੀਗੀ ਇਸਲਾਮੀ ਬਣ ਜੇ, ਸਾਡੇ ਵੀ ਪੂਰੇ ਕਾਫਲੇ ਚੱਲਣ, ਸਾਡੇ ਮਰਬੀਆਂ ਮਜਮੂਆ ਲੈ ਕੇ ਬੱਸਾਂ ਭਰ ਕੇ ਜਾ ਰਹੇ ਨੇ, ਕਦੀ ਉੱਧਰ ਜਾ ਰਹੇ ਨੇ ਤਬਲੀਗ ਕਰਨ ਪਾਕਿਸਤਾਨ, ਕਦੀ ਉੱਧਰ ਜਾ ਰਹੇ ਨੇ, ਕੋਈ ਰੋਕ ਟੋਕ ਨਹੀਂ ਹੈ। ਇਸ ਤਰ੍ਹਾਂ ਹੋ ਸਕਦਾ ਹੋ ਜੇ ਨਾ, ਲੇਕਿਨ ਫਿਲਹਾਲ ਤੱਕ ਐਸਾ ਨਜ਼ਰ ਨਹੀਂ ਆ ਰਿਹਾ। ਇਹ ਅਮਲ ਜਿਹੜਾ ਹੋ ਰਿਹਾ ਵੇ ਇਸ ਟਾਈਮ, ਉਹ ਨੁਕਸਾਨ ਪਹੁੰਚਾ ਰਿਹਾ ਵੇ, ਠੀਕ ਹੈ, ਉਹ ਨੁਕਸਾਨ ਪਹੁੰਚਾ ਰਿਹਾ ਵੇ, ਤੇ ਉਹਦਾ ਨੁਕਸਾਨ ਵਾਜ਼ੇ ਤੌਰ ਤੇ ਨਜ਼ਰ ਆ ਰਿਹਾ ਵੇ ਲੋਕਾਂ ਦੀ ਮੁਸਕਰਾਹਟ ਦੇ ਵਿੱਚ, ਮੁਖਾਲਫੀਨ ਦੀ ਮੁਸਕਰਾਹਟ ਦੇ ਵਿੱਚ। ਜਦੋਂ ਤੁਹਾਡੇ ਕਿਸੇ ਅਮਲ ਦੇ ਨਾਲ ਮੁਖਾਲਫ ਮੁਸਕਰਾ ਰਿਹਾ ਹੋਏ ਨਾ, ਹੱਸ ਰਿਹਾ ਹੋਏ, ਖੁਦਾ ਦਾ ਨਾਂ ਯਾਰ, ਪਿਛਲੇ ਮੈਨੂੰ ਗੱਲ ਕਰਨ ਦਾ ਮੌਕੇ ਨਹੀਂ ਦਿੰਦੇ, ਬਗੈਰ ਜ਼ਰੂਰੀ ਤਕਰੀਰ ਸ਼ੁਰੂ ਕੀਤੀ ਜਿਹਦਾ ਨਾ ਕੋਈ ਸਿਰੇ ਨਾ ਪੈਰ, ਮੇਰੇ ਭਾਈ ਕੀ ਕਰਦੇ ਹੋ ਫੇ? ਠੀਕ ਹੈ ਮੌਲਵੀ ਸਾਹਿਬ, ਤੁਸੀਂ ਹੋਣਾ ਹੁੰਦਾ ਡਾਂਟਣਾ, ਬੋਲਿਆ ਯਾਰ ਤੁਸੀਂ ਨਾ ਡਾਂਟਣ, ਤੁਸੀਂ ਡਾਂਟਣਾ ਹੁੰਦਾ, ਕੁਝ ਨਹੀਂ ਕਰ ਸਕਦੇ ਨਾ, ਮੁਖਾਲਫਾਂ ਦੀ ਮੁਸਕਰਾਹਟ ਕੋ ਜਾਂਦੀ ਹੈ, ਸਾਨੂੰ ਕਿਹੜੇ ਚੱਕਰਾਂ 'ਚ ਪੈ ਗਏ ਹੋ ਯਾਰ? ਸਰ ਤੁਹਾਨੂੰ ਨਹੀਂ ਆਂਦੀ, ਮੇਰਾ ਤੇ ਦਿਲ ਬਹੁਤ ਜ਼ਿਆਦਾ ਦੁਖੀ ਹੈ, ਤੁਸੀਂ ਇੰਜ ਸੈਂਸਿਟਿਵ ਹੋ, ਕੋਈ ਐਸਾ ਇਸ਼ੂ ਹੈ ਹੀ ਨਹੀਂ। ਅੱਛਾ, ਮਸਲਾ ਪਤਾ ਕੀ ਹੈ, ਕੋਈ ਐਸਾ ਨਹੀਂ ਮਸਲਾ ਜਿਹਦੇ ਤੇ ਡਿਬੇਟ ਨਾ ਹੋਵੇ, ਕੋਈ ਵੀ ਐਸਾ ਇਸ਼ੂ ਨਹੀਂ ਹੁੰਦਾ, ਡਿਬੇਟ ਹੋਵੇ ਤੇ ਤਾਂ ਹੀ ਲੋਕਾਂ ਨੂੰ ਉਹਦੀਆਂ ਬਾਰੀਕੀਆਂ ਦਾ ਪਤਾ ਚੱਲਦਾ ਹੈ। ਮਜ਼ਮੂਨ ਇਤਨਾ ਸਾਦਾ ਨਹੀਂ ਜਿਸ ਤਰ੍ਹਾਂ ਸਰ ਬਰੀਕੀ ਦਾ ਕੀ ਪਤਾ ਚੱਲੇ ਮੌਲਵੀ ਸਾਹਿਬ? ਕੱਲ ਤੁਸੀਂ ਅਲਫਾਜ਼ ਸੁਣੇ ਨੇ ਉਹਦੇ ਮੁਬਸ਼ਰ, ਉਹਦੇ ਬੰਬਾਸਟਿਕ ਸਾਹਿਬ ਦੇ ਤੇ ਮੀਆਂ ਸਾਹਿਬ ਦੇ? ਨਹੀਂ, ਮੈਂ ਨਹੀਂ ਸੁਣਾ। ਹਾਂ, ਤਾਂ ਤੁਸੀਂ ਇਹ ਗੱਲ ਕਰ ਰਹੇ ਹੋ, ਠੀਕ ਹੈ। ਅਗਰ ਤੁਸੀਂ ਉਹੀ ਅਲਫਾਜ਼ ਜਾ ਕੇ ਸੁਣ ਲਓ ਨਾ ਉਹਨਾਂ ਦੇ, ਇਹਨਾਂ ਦੀ ਬਹਿਸ ਤੋਂ ਬਾਅਦ, ਉਹਨਾਂ ਨੇ ਆਖਣਾ ਭਾਈ ਜੀ ਮੇਰਾ ਤੇ ਕੰਮ ਹੈ ਭਾਈ ਜਾਨ ਸਾਰਾ ਕੁਝ ਛੱਡ ਛਡਾ ਕੇ ਬਹਿ ਜਾਓ, ਠੀਕ ਹੈ, ਸਾਨੂੰ ਪਹਿਲੋਂ ਇਹ ਲੱਭਣਾ ਚਾਹੀਦਾ ਕਿ ਅਸੀਂ ਮੰਨਣਾ ਕੀ ਉਹਨਾਂ ਨੂੰ। ਜਨਾਬ ਸਿੰਪਲ ਚੀਜ਼ ਹੈ, ਨਬੂਵਤ ਦਾ ਲਫ਼ਜ਼ ਛੱਡ ਦਿਓ। ਸਰ ਮੈਂ ਨਹੀਂ ਕਹਿ ਰਿਹਾ, ਫਿਰ ਤੁਸੀਂ ਅੱਛਾ ਸੁਣੋ ਤਾਂ ਸਹੀ, ਇਸ ਗੱਲ ਵੱਲ ਨਾ ਜਾਇਓ, ਮੈਂ ਕਿਹਾ ਕਿ ਤੁਸੀਂ ਉਹਨਾਂ ਨੂੰ ਆਖੋ ਕਿ ਤੁਸੀਂ ਪਰੇਸ਼ਾਨ ਨਾ ਹੋਵੋ,
हजरत मसीह मऊद अलैहिस्सलाम ने ਜਿਹੜਾ ਇੱਕ ਗਲਤੀ ਦਾ ਜ਼ਾਲਾ ਲਿਖਿਆ ਨਾ ਬੜਾ ਵਾਜ਼ੇ ਉਹਦੇ ਵਿੱਚ ਇੱਕ ਚੀਜ਼ ਦੀ ਵਜ਼ਾਹਤ ਕੀਤੀ ਹੈ। ਉਹ ਸਰ ਤੁਹਾਨੂੰ ਲੱਗਦਾ ਹੈ ਕਿ ਗਲਤੀ ਦਾ ਜ਼ਾਲਾ ਸ਼ਹਿਜ਼ਾਦ ਖੁਰਮ ਨੇ ਨਹੀਂ ਪੜਿਆ ਹੋਏਗਾ? ਨਹੀਂ ਪੜਿਆ, ਨਹੀਂ, ਬੜੇ ਬਹੁਤ ਸਾਰੇ ਅਹਿਮ ਦੀ ਤਜਾਵਜ਼ ਕਰਦੇ ਨੇ, ਮੈਂ ਦੇਖਿਆ ਬੜੇ ਬੜੇ ਮਰਬੀਆਂ ਤੇ ਹੋਰ ਕੀ ਯਾਰ ਬੜੇ ਬੜੇ ਹਾਲਾਂਕਿ ਜਿੰਨਾ ਖੂਬਸੂਰਤ ਅੰਦਾਜ਼ ਨਾਲ ਤਾਹਿਰ ਅਮਜਦ ਸਾਹਿਬ ਪੇਸ਼ ਕਰਦੇ ਨੇ ਨਾ ਲੋਕ ਉਹ ਕੋਈ ਵੀ ਮਰਬੀ ਤੁਸੀਂ ਵੱਡੇ ਤੋਂ ਵੱਡਾ ਮਰਬੀ ਲੈ ਆਵੋ ਉਹ ਆਖੇਗਾ ਤਾਹਿਰ ਅਮਜਦ ਸਾਹਿਬ ਠੀਕ ਨੇ। ਯਾਰ ਮੈਂ ਨਹੀਂ ਆਂਦਾ ਤਾਹਿਰ ਅਮਜਦ ਸਾਹਿਬ ਠੀਕ ਨੇ, ਮੈਂ ਨਾ ਕਿ ਹਰ ਉਹ ਬੰਦਾ ਠੀਕ ਹੈ। ਅੱਛਾ ਤੁਸੀਂ ਕੀ ਸਮਝਦੇ ਹੋ? ਮੈਂ ਦੱਸਣਾ ਤੁਸੀਂ ਮੈਨੂੰ ਗੱਲ ਦੱਸੋ, ਉਹੀ ਦੱਸਣ ਲੱਗਾ ਨਾ, ਸੁਣ ਲਓ ਨਹੀਂ ਤੁਸੀਂ ਦੂਜਾ ਨੂੰ ਛੱਡੋ। ਉਹ ਯਾਰ ਤੁਸੀਂ ਇੱਕ ਸ਼ਖਸੀਅਤ ਨੂੰ ਸਹੀ ਕਰਾਰ ਦੇ ਰਹੇ ਹੋ, ਮੈਂ ਇੱਕ ਅਸੂਲ ਨੂੰ ਸਹੀ ਕਰਾਰ ਦੇ ਰਿਹਾ। ਸੁਣ ਲਓ ਅਸੂਲ, ਉਹ ਅਸੂਲ ਇਹ ਵੇ ਕਿ ਹਰ ਉਹ ਬੰਦਾ ਠੀਕ